गुरुदेव पहला बचन करते हैं, आवो संत प्यारे हो अकथ की करें कहानी। संत का मतलब शांत पुरुष, जिन्हां दे अंदर शांति है। संत शब्द के 5 अर्थ ने गुरबाणी के अंदर 5 अर्थां दे विच संत शब्द वरत्या गया है। संत शब्द रब वास्ते भी वरत्या गया है। आप जे नोट करना चाहो तो आप नोट कर सकते हो, कापी पेन लैके बैठा करो, जिस करके कोई चीज नोट करनी होवे तो नोट कर सको। पहला बचन गुरुदेव जी दा आपदे नाल साझा करा, भाग हुआ गुर संत मिलाया प्रभ अविनाशी घर में पाया। इत्थे गुर दे रारे नाल है सिहारी, जिसका मतलब बनेगा गुरु ने। संत मिलाया, संत दे तत्ते थले है औंकड़, कि मेरी खुशकिस्मती है मैनू गुरु ने मेरे हिरदे दे विचों ही रब मिला दिता है। इत्थे संत का अर्थ है रब, जिसनू पहली पंक्ति विच संत कह रहे ने, दूजी पंक्ति विच उसे नू प्रभ अविनाशी कह रहे ने। भाग हुआ गुर संत मिलाया प्रभ अविनाशी घर में पाया। ਤਾਂ संत शब्द गुरबाणी ਦੇ अंदर रब वास्ते वरत्या गया है। दूजा संत शब्द गुरु वास्ते वरत्या गया है। जिवें ਅਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ ਨਾ, संत शरण जो जन परै सो जन उधरनहार, संत की निंदा नानका बहुर बहुर अवतार। इत्थे संत किसी डेरेदार बाबे वास्ते नहीं है। सुखमनी साहिब जी के श्लोक विच जो संत शब्द है वो गुरु वास्ते वरत्या गया है, कि जो गुरु के चरणों की शरण लैंदा है उस मनुख का पार उतारा हो जाता है, ते जो गुरु के चरणों तो दूर है, गुरु का निंदक है, वो मुड़ मुड़ के पशु बिरतियां दे विच पैंदा रहता है। दूजा शब्द दूजा अर्थ है गुरु। संत शब्द का तीजा अर्थ है शांत। गुरबाणी का पावन वचन है, अमृत दृष्ट पेख है होए संत। ਜਦੋਂ ਗੁਰੂ ਅੰਮ੍ਰਿਤਮਈ ਨਜ਼ਰ ਦੇ ਨਾਲ, ਕਿਰਪਾ ਭਰੀ ਨਜ਼ਰ ਨਾਲ ਤੱਕਦਾ ਹੈ ਨਾ, ਗਿਆਨ ਦੀ ਦਾਤ ਦਿੰਦਾ ਹੈ, ਤਾਂ ਉਦੋਂ ਜਿਹੜਾ ਬੰਦਾ ਹੈ ਸੰਤ ਹੋ ਜਾਂਦਾ ਹੈ। ਸੰਤ ਦਾ ਮਤਲਬ ਸ਼ਾਂਤ ਹੋ ਜਾਂਦਾ ਹੈ। ਉਹਦੇ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਜੋ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਅੰਦਰ ਅੱਗ ਦੇ ਭਾਂਬੜ ਸਨ ਨਾ ਵਿਕਾਰਾਂ ਦੇ, ਉਹ ਬੁਝ ਜਾਂਦੇ ਨੇ, ਬੰਦਾ ਸ਼ਾਂਤ ਹੋ ਜਾਂਦਾ ਹੈ। ਤਾਂ ਸੰਤ ਸ਼ਬਦ ਦਾ ਤੀਜਾ ਅਰਥ ਹੈ ਸ਼ਾਂਤ। ਤੇ ਸੰਤ ਸ਼ਬਦ ਦਾ ਚੌਥਾ ਅਰਥ ਹੈ ਸਤਸੰਗਤ। ਗੁਰੂ ਨਾਨਕ ਦੇਵ ਦੇ ਸਿੱਖ, ਗੁਰੂ ਜੀ ਦਾ ਪਾਵਨ ਬਚਨ, ਸੰਤ ਸੰਗ ਹਰ ਮਨ ਬਸੈ। ਸਤਸੰਗਤ ਦੇ ਅੰਦਰ ਪ੍ਰਭੂ ਪਰਮਾਤਮਾ ਸਾਡੇ ਮਨ ਵਿੱਚ ਵਸਦਾ ਹੈ। ਸੰਤ ਸ਼ਬਦ ਬਹੁਵਚਨੀ ਸਤਸੰਗੀ ਜਨਾਂ ਲਈ ਵੀ ਵਰਤਿਆ ਗਿਆ ਹੈ। और संत शब्द का पंजवां अर्थ है दास ਜਾਂ प्यारा। संत प्रहलाद की पैज जिन राखी, दास प्यारा, अपने प्यारे दी पैज रखी। ਤਾਂ ਇੱਥੇ ਹੁਣ ਜੋ ਸੰਤ ਸ਼ਬਦ ਆ ਰਿਹਾ ਨਾ, ਆਵੋ ਸੰਤ ਪਿਆਰੇ ਹੋ, ਇੱਥੇ ਸੰਤ ਸ਼ਬਦ ਗੁਰਸਿੱਖਾਂ ਵਾਸਤੇ ਹੈ, ਰੱਬ ਦੇ ਜੋ ਮਿਲਾਪ ਦੇ ਚਾਹਵਾਨ ਨੇ ਉਹਨਾਂ ਵਾਸਤੇ, ਕਿ ਆਓ ਰੱਬ ਦੇ ਪਿਆਰਿਓ ਕੀ ਕਰੀਏ, ਅਕਥ ਕੀ ਕरें ਕਹਾਣੀ। ਅਕਥ ਦਾ ਮਤਲਬ ਜੋ ਕਥਨ ਤੋਂ ਪਰੇ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾਂਦਾ, ਜੋ ਅਨੰਤ ਹੈ, ਆਓ ਉਹਦੀ ਕਹਾਣੀ ਕਰੀਏ। ਜਿਵੇਂ ਆਪ ਕਹਾਣੀਆਂ ਪਾ ਰਹੇ ਸੀ ਨਾ, ਤਾਂ ਇਹ ਬਹੁਤ ਵਧੀਆ ਤੁਹਾਡਾ ਟੌਪਿਕ ਚੱਲ ਰਿਹਾ ਸੀ, ਕਹਾਣੀਆਂ ਬਾਤਾਂ ਪਾਣੀਆਂ, ਕਹਾਣੀਆਂ ਪਾਣੀਆਂ। ਪਿੰਡਾਂ ਦੇ ਵਿੱਚ ਰਿਵਾਜ ਹੁੰਦਾ ਸੀ ਕਦੇ, ਅੱਜ ਤੋਂ 40-50 ਸਾਲ ਪਿੱਛੇ ਚਲੇ ਜਾਈਏ ਤਾਂ ਸ਼ਾਮ ਨੂੰ ਬੈਠ ਕੇ ਦਾਦੀ ਦਾਦਾ, ਨਾਨੀ ਨਾਨਾ, ਚਾਚੇ ਤਾਏ, ਭੈਣ ਭਰਾ ਮਿਲ ਕੇ ਕਹਾਣੀਆਂ ਪਾਉਂਦੇ ਹੁੰਦੇ ਸੀ। ਕਹਿਣਾ ਵੀ ਆਓ ਬਾਤਾਂ ਪਾਉਂਦੇ ਆ। ਇੱਕ ਨੇ ਕਹਾਣੀ ਪਾਣੀ, ਦੂਜੇ ਸਾਰਿਆਂ ਨੇ ਬੁੱਝਣਾ। ਜਿਵੇਂ ਤੁਸੀਂ ਇੱਥੇ ਕਹਾਣੀਆਂ ਪਾ ਰਹੇ ਸੀ ਨਾ, ਕਿ ਆਓ ਅਸੀਂ ਕਹਾਣੀ ਪਾਉਂਦੇ ਆ ਤੇ ਤੁਸੀਂ ਬੁੱਝੋ ਬੁਝਾਰਤਾਂ। ਹੁਣ ਗੁਰੂ ਪਾਤਸ਼ਾਹ ਜੀ ਨੇ ਦੇਖੋ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਕਿੰਨੀ ਵੱਡੀ ਸਾਨੂੰ ਜੀਵਨ ਦੀ ਜੁਗਤ ਦੇ ਦਿੱਤੀ ਹੈ। ਉਹ ਕਹਿੰਦੇ ਨੇ ਆਓ ਅਕਥ ਦੀਆਂ ਕਹਾਣੀਆਂ ਪਾਈਏ। ਅਕਥ ਕੀ ਕरें ਕਹਾਣੀ, ਉਹਦੀ ਸਿਫਤ ਸਲਾਹ ਕਰੀਏ, ਉਹਦੀਆਂ ਕਹਾਣੀਆਂ ਪਾਈਏ, ਤੇ ਬੈਠਿਆਂ ਬੈਠਿਆਂ ਗੱਲਾਂ ਬਾਤਾਂ ਦੇ ਵਿੱਚ ਹੀ ਤੁਸੀਂ ਰੱਬ ਨੂੰ ਪਾਣਾ ਸਿੱਖ ਜਾਓ। ਤੁਹਾਡੇ ਗਿਆਨ ਵਿੱਚ ਵਾਧਾ ਹੋ ਜਾਏ। ਜਿਵੇਂ ਨਾਲੇ ਆ ਥੋੜੀ ਦੇਰ ਪਹਿਲਾਂ ਕਿਵੇਂ ਥੋੜਾ ਹਾਸਾ ਮਜ਼ਾਕ ਵੀ ਸੀ, ਗਿਆਨ ਵਿੱਚ ਵਾਧਾ ਵੀ ਹੋ ਰਿਹਾ ਸੀ। ਆਪਣੇ ਪਿਛਲੇ ਕਲਚਰ ਦੇ ਨਾਲ ਵੀ ਅਸੀਂ ਜੁੜੇ ਹੋਏ ਸਾਂ, ਔਰ ਵਾਸਤਵ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਵਾਧਾ ਹੁੰਦਾ ਹੈ।
ਜਦੋਂ ਜ਼ਿੰਦਗੀ ਅੰਦਰ ਸਵਾਲ ਪੈਦਾ ਹੋਣੇ ਸ਼ੁਰੂ ਹੋ ਜਾਣ ਨਾ, ਉਦੋਂ ਜੀਵਨ ਦੇ ਵਿੱਚ ਵਿਕਾਸ ਹੁੰਦਾ ਹੈ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸਵਾਲ ਪੈਦਾ ਨਹੀਂ ਹੁੰਦੇ, ਉਹਦਾ ਵਿਕਾਸ ਵੀ ਨਹੀਂ ਹੁੰਦਾ। ਦੇਖੋ, ਸਵਾਲਾਂ ਦੇ ਵਿੱਚੋਂ ਕੀ ਕੁਝ ਉਪਜਿਆ ਹੈ। ਕਿੰਨੇ ਹਜ਼ਾਰਾਂ ਸਾਲਾਂ ਤੋਂ ਫਲ ਫਰੂਟ ਰੁੱਖਾਂ ਤੋਂ ਥੱਲੇ ਡਿੱਗ ਰਹੇ ਸਨ, ਪਰ ਨਿਊਟਨ ਜਦੋਂ ਰੁੱਖ ਦੇ ਥੱਲੇ ਸੁੱਤਾ ਸੀ, ਉੱਤੋਂ ਫਲ ਡਿੱਗਿਆ, ਤਾਂ ਜ਼ਿੰਦਗੀ ਵਿੱਚ ਪਹਿਲੀ ਵਾਰੀ ਸਵਾਲ ਪੈਦਾ ਹੋਇਆ ਕਿ ਰੁੱਖ ਤੋਂ ਫਲ ਥੱਲੇ ਕਿਉਂ ਡਿੱਗਿਆ, ਉਤਾਂ ਨੂੰ ਕਿਉਂ ਨਹੀਂ ਉੱਡ ਗਿਆ। ਉਸ ਸਵਾਲ ਨੇ ਗ੍ਰੇਵਿਟੀ ਫੋਰਸ ਦੀ ਖੋਜ ਕਰਾ ਦਿੱਤੀ। ਸਾਗ ਤੇ ਅਸੀਂ ਰੋਜ਼ ਬਣਾਉਂਦੇ ਹਾਂ, ਚੁੱਲ੍ਹੇ ਵਿੱਚ ਅੱਗ ਅਸੀਂ ਰੋਜ਼ ਬਾਲਦੇ ਹਾਂ, ਸਬਜ਼ੀਆਂ ਲੋਕ ਮੁੱਦਤਾਂ ਤੋਂ ਬਣਾ ਰਹੇ ਸਨ, ਪਰ ਇੱਕ ਬੱਚੇ ਨੂੰ ਮਾਂ ਨੇ ਅੱਗ ਬਾਲਣ ਵਾਸਤੇ ਬਿਠਾਇਆ, ਤੇ ਜਦੋਂ ਉਸਨੇ ਅੱਗ ਬਾਲੀ ਤਾਂ ਪਤੀਲੇ ਦੇ ਉੱਤੇ ਜੋ ਢੱਕਣ ਸੀ ਉਹ ਖਟ-ਖਟ ਕਰਨ ਲੱਗ ਗਿਆ। ਬੱਚੇ ਨੇ ਸੋਚਿਆ ਵੀ ਢੱਕਣ ਖਟ-ਖਟ ਕਿਉਂ ਕਰਨ ਲੱਗ ਗਿਆ, ਅੱਗ ਬਾਲਿਆ, ਉਹਨੇ ਅੱਗ ਬਾਹਰ ਕੱਢੀ, ਢੱਕਣ ਥੱਲੇ ਬਹਿ ਗਿਆ। ਉਹਨੇ ਅੱਗ ਅੰਦਰ ਕੀਤੀ, ਢੱਕਣ ਫਿਰ। ਉਸ ਬੱਚੇ ਨੇ ਸਵਾਲ ਪੈਦਾ ਕੀਤਾ ਵੀ ਇਹ ਢੱਕਣ ਕਿਉਂ ਹੇਠਾਂ ਉੱਤੇ ਹੋ ਰਿਹਾ ਹੈ। ਤਾਂ ਇਸ ਨੇ ਸਵਾਲ ਦੇ ਵਿੱਚੋਂ ਭਾਫ਼ ਦੀ ਸ਼ਕਤੀ ਦੀ ਖੋਜ ਹੋਈ ਤੇ ਰੇਲ ਦਾ ਇੰਜਨ ਖੋਜਿਆ ਗਿਆ। ਰਾਈਟ ਬੰਧੂ ਸੋਚਦੇ ਨੇ ਕਿ ਇਹ ਪੰਛੀ ਆਕਾਸ਼ ਵਿੱਚ ਉੱਡ ਰਹੇ ਨੇ, ਥੱਲੇ ਕਿਉਂ ਨਹੀਂ ਡਿੱਗਦੇ, ਪੰਖ ਵੀ ਨਹੀਂ ਹਿਲਾ ਰਹੇ, ਅੱਗੇ ਵੀ ਉੱਡੇ ਜਾ ਰਹੇ ਨੇ, ਥੱਲੇ ਕਿਉਂ ਨਹੀਂ ਡਿੱਗਦੇ, ਕੀ ਬੰਦਾ ਉੱਡ ਸਕਦਾ ਹੈ। ਹਵਾਈ ਜਹਾਜ਼ ਦੀ ਖੋਜ ਹੋਈ। ਨਿੱਕਾ ਬੱਚਾ ਬੂੜਾ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਵਿੱਚ ਆ ਕੇ ਕਹਿੰਦਾ ਹੈ ਕਿ ਮੈਨੂੰ ਕੋਈ ਗੁਰਮਤ ਦੀ ਸਿੱਖਿਆ ਦਿਓ, ਜਿਸ ਦੇ ਨਾਲ ਮੈਂ ਮੁਕਤ ਹੋਵਾਂ ਵਿਕਾਰਾਂ ਤੋਂ। ਤੇ ਗੁਰੂ ਸਾਹਿਬ ਕਹਿਣ ਲੱਗੇ, ਤੂੰ ਤੇ ਹਾਲੇ ਬੱਚਾ ਹੈ ਤੇ ਤੈਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ, ਤੇਰੀ ਤੇ ਖਾਣ ਪੀਣ ਦੀ ਜ਼ਰੂਰਤ ਤੇ ਉਮਰ ਹੈ। ਤੇ ਨਿੱਕਾ ਬੱਚਾ ਕਹਿੰਦਾ ਹੈ ਕਿ ਸਤਿਗੁਰੂ, ਕੱਲ ਮੈਂ ਅੱਗ ਬਾਲ ਰਿਹਾ ਸਾਂ ਤੇ ਅੱਗ ਬਾਲਦਿਆਂ ਮੈਂ ਵੇਖਿਆ ਕਿ ਵੱਡੀਆਂ ਲੱਕੜਾਂ ਨੂੰ ਅੱਗ ਬਾਅਦ ਵਿੱਚ ਲੱਗੀ, ਜਿਹੜੇ ਛੋਟੇ ਤੀਲੇ ਕਾਨੇ ਸਨ ਉਹਨਾਂ ਨੂੰ ਅੱਗ ਪਹਿਲਾਂ ਲੱਗ ਗਈ, ਤੇ ਮੌਤ ਤੇ ਕਦੇ ਵੀ ਆ ਸਕਦੀ ਹੈ। ਮੈਂ ਫਿਰ ਸੋਚ ਰਿਹਾ ਸਾਂ ਤਾਂ ਨਿੱਕੇ ਜਿਹੇ ਸਵਾਲ ਦੇ ਵਿੱਚੋਂ ਜ਼ਿੰਦਗੀ ਦਾ ਕਿੱਡਾ ਵੱਡਾ ਫਲਸਫਾ ਪੈਦਾ ਹੋਇਆ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੂੰ ਤੇ ਬੂੜਾ ਨਹੀਂ, ਤੂੰ ਤੇ ਬੁੱਢਾ ਹੈ, ਯਾਨੀ ਸਿਆਣਾ ਬਾਬਾ ਬੁੱਢਾ ਹੀ ਨਾਮ ਪੈ ਗਿਆ ਨਾ। ਤਾਂ ਸਵਾਲ ਜ਼ਿੰਦਗੀ ਦੇ ਅੰਦਰ ਜ਼ਰੂਰ ਪੈਦਾ ਹੋਣੇ ਚਾਹੀਦੇ ਨੇ। ਜਦੋਂ ਬੰਦੇ ਦੀ ਜ਼ਿੰਦਗੀ ਵਿੱਚ ਸਵਾਲ ਨਾ ਪੈਦਾ ਹੋਣ, ਉਹਦੀ ਜ਼ਿੰਦਗੀ ਵਿੱਚ ਖੜੋਤ ਆ ਜਾਂਦੀ ਹੈ। ਉਹਨੂੰ ਫਿਰ ਜਿਵੇਂ ਕਈ ਉਹ ਕਹੋ ਉਹ ਮੰਨੀ ਜਾਂਦਾ ਹੈ। ਅੰਧ ਵਿਸ਼ਵਾਸ ਇਸੇ ਕਰਕੇ ਫੈਲੇ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਸਵਾਲ ਹੀ ਨਹੀਂ ਪੈਦਾ ਹੋਏ ਕਿ ਮੈਂ ਕੰਮ ਕਰ ਕਿਉਂ ਰਿਹਾ, ਇਹ ਕੰਮ ਕਿਵੇਂ ਹੋਏਗਾ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਵਾਲ ਕਰਨੇ ਸਿਖਾਏ। ਦੇਖੋ, ਛੋਟੀ ਉਮਰ ਵਿੱਚ ਜਨੇਊ ਪਾਉਣ ਵਾਸਤੇ ਆਇਆ ਨਾ ਬ੍ਰਾਹਮਣ, ਪਹਿਲੀ ਵਾਰੀ ਸਵਾਲ ਪੁੱਛਿਆ ਗਿਆ ਕਿ ਜਨੇਊ ਕਿਉਂ ਪਾਇਆ ਜਾ ਰਿਹਾ ਹੈ। ਪਾਣ ਦਾ ਕੋਈ ਇਤਰਾਜ਼ ਨਹੀਂ, ਮੈਂ ਪਾਣ ਲਈ ਤਿਆਰ ਹਾਂ, ਸਾਰੇ ਰਿਸ਼ਤੇਦਾਰ ਬੈਠੇ ਨੇ, ਗੁਰੂ ਜੀ ਨੇ ਇਸ਼ਨਾਨ ਵੀ ਕਰ ਲਿਆ, ਚੌਂਕੀ ਤੇ ਆਣ ਕੇ ਬਹਿ ਵੀ ਗਏ ਨੇ, ਜਨੇਊ ਪਾਣ ਲਈ ਤਿਆਰ ਬੈਠੇ ਨੇ। ਜਦੋਂ ਪਾਣ ਲੱਗੇ ਜਨੇਊ ਤੇ ਉਦੋਂ ਪੁੱਛਿਆ ਵੀ ਕਿਉਂ ਪਾ ਰਹੇ ਹੋ, ਰੀਜ਼ਨ ਕੀ ਹੈ, ਠੀਕ ਹੈ ਨਾ। ਤਾਂ ਉਹਨਾਂ ਨੇ ਕਿਹਾ ਵੀ ਜਨੇਊ ਤਾਂ ਪਾ ਰਹੇ ਹਾਂ ਕਿਉਂਕਿ ਤੁਹਾਡਾ ਇਸ ਤਰ੍ਹਾਂ ਧਰਮ ਰਹੇਗਾ। ਤੇ ਗੁਰੂ ਜੀ ਕਹਿਣ ਲੱਗੇ ਵੀ ਫਿਰ ਪਹਿਲਾਂ ਮੇਰੀ ਭੈਣ ਨੂੰ ਪਾਓ, ਕਿਉਂਕਿ ਮੇਰੀ ਭੈਣ ਵੱਡੀ ਹੈ, ਹੱਕ ਵੱਡਿਆਂ ਦਾ ਹੁੰਦਾ ਨਾ। ਤੇ ਉਸਨੇ ਜਦੋਂ ਕਿਹਾ ਪਾਉਂਦੇ ਨੇ ਕਿ ਔਰਤ ਨੂੰ ਤੇ ਜਨੇਊ ਪਾਉਣ ਦਾ ਹੁਕਮ ਨਹੀਂ ਹੈ, ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਵੀ ਮੈਂ ਫਿਰ ਇਸ ਚੀਜ਼ ਨੂੰ ਮੰਨਣ ਲਈ ਤਿਆਰ ਨਹੀਂ, ਜੋ ਭੈਣ ਭਰਾ ਵਿੱਚ ਇਸਤਰੀ ਪੁਰਸ਼ ਦੇ ਅੰਦਰ ਵਿਤਕਰਾ ਪੈਦਾ ਕਰੇ, ਇੱਕ ਨੂੰ ਉੱਚਾ ਤੇ ਇੱਕ ਨੂੰ ਨੀਵਾਂ ਦਰਸਾਏ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਯਾਨੀ ਸਵਾਲ ਕੀਤਾ ਨਾ। ਤਾਂ ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਸਵਾਲ ਕਰਨੇ ਸਿਖਾ ਰਹੇ ਨੇ। ਸਵਾਲ ਕਰੋ, ਸਵਾਲ ਕਰੋਗੇ ਫਿਰ ਉਹਨਾਂ ਦੇ ਉੱਤਰ ਲੱਭੋਗੇ, ਗਿਆਨ ਦੇ ਵਿੱਚ ਵਾਧਾ ਹੋਏਗਾ। ਨਿੱਕੇ ਨਿੱਕੇ ਸਵਾਲ ਹੋਣਗੇ, ਉਹਨਾਂ ਦੇ ਉੱਤਰ ਵੀ ਨਿੱਕੇ ਨਿੱਕੇ ਹੋਣਗੇ। ਜੇ ਸਵਾਲ ਗਹਿਰੇ ਹੋਣਗੇ ਤੇ ਉਹਨਾਂ ਦੀ ਉੱਤਰ ਵੀ ਗਹਿਰਾ ਹੋਏਗਾ। ਸਵਾਲ ਬੜੇ ਉੱਚੇ ਹੋਣਗੇ, ਉੱਚ ਦਰਜੇ ਦੇ, ਤਾਂ ਉੱਤਰ ਵੀ ਉੱਚ ਦਰਜੇ ਦਾ ਹੋਏਗਾ। ਇਸ ਲਈ ਬੰਦੇ ਦੀ ਮਾਨਸਿਕਤਾ ਦੀ ਪਰਖ ਹੁੰਦੀ ਹੈ ਸਵਾਲ ਤੋਂ ਕਿ ਉਹ ਸਵਾਲ ਕਿਹੜੇ ਕਰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਿ ਆਓ ਵੀ ਪਿਆਰਿਓ ਮਿਲ ਕੇ ਤੇ ਰੱਬ ਦੀਆਂ ਕਹਾਣੀਆਂ ਪਾਈਏ, ਰੱਬ ਦੀ ਸਿਫਤ ਸਲਾਹ ਕਰੀਏ। ਹੁਣ ਗੁਰੂ ਜੀ ਕਹਾਣੀ ਪਾ ਰਹੇ ਨੇ, ਕਰਹਿ ਕਹਾਣੀ ਅਕਥ ਕੇਰੀ,
कि आओ रब दी सिफत सलाह करिए, कहानी पाइए। ते कहानी केड़ी पा रहे ने? कित द्वारे पाइए। कित द्वारे दा मतलब कि ਉਹ ਪ੍ਰਭੂ ਕਿਸ ਤਰੀਕੇ ਦੇ ਨਾਲ ਮਿਲਦਾ ਹੈ, ਇਹ ਹੁਣ ਕਹਾਣੀ ਪਾਈ ਗਈ ਹੈ। ਕਿਤ ਦੁਆਰੇ ਪਾਈ ਹੈ, ਰੱਬ ਕਿਸ ਤਰੀਕੇ ਨਾਲ ਮਿਲੇਗਾ, ਰੱਬ ਕਿਸ ਤਰੀਕੇ ਦੇ ਨਾਲ ਮਿਲੇਗਾ, ਇਹ ਕਹਾਣੀ ਹੈ ਨਾ। ਹੁਣ ਇਸ ਕਹਾਣੀ ਦਾ ਉੱਤਰ ਲੱਭੋ। ਜੇ ਅਸੀਂ ਜਦੋਂ ਆਪਸ ਵਿੱਚ ਮਿਲੀਏ, ਭੈਣ ਭਰਾ, ਪਰਿਵਾਰ ਵਿੱਚ, ਘਰ ਵਿੱਚ, ਸਮਾਜ ਵਿੱਚ, ਤੇ ਐਸੇ ਉੱਚ ਦਰਜੇ ਦੇ ਸਵਾਲ ਹੋਣ ਤਾਂ ਕਿੰਨਾ ਵਿਸ਼ਾਲਤਾ ਆਏਗੀ ਗਿਆਨ ਦੇ ਅੰਦਰ। ਹੁਣ ਕਹਾਣੀ ਪਾਏਗੀ ਵੀ ਰੱਬ ਕਿਵੇਂ ਮਿਲਦਾ ਹੈ, ਤੇ ਕਿਸੇ ਨੇ ਕਿਹਾ ਰੱਬ ਮਿਲਦਾ ਹੈ ਤੀਰਥਾਂ ਤੇ ਨਹਾ ਕੇ। ਤੇ ਗੁਰੂ ਜੀ ਕਹਿਣ ਲੱਗੇ ਵੀ ਜੇ ਤੀਰਥਾਂ ਤੇ ਨਹਾਤਿਆਂ ਰੱਬ ਮਿਲੇ, ਫਿਰ ਤੇ ਸਾਰਿਆਂ ਨੂੰ ਮਿਲ ਜਾਣਾ ਚਾਹੀਦਾ ਨਾ। ਸੋਚਿਆ ਸੋਚ ਨਾ ਹੋ ਬਈ, ਐਵੇਂ ਤੇ ਪਵਿੱਤਰਤਾ ਹੁੰਦੀ ਨਹੀਂ, ਜੇ ਹੋਈ ਹੈ ਤੇ ਦੱਸੋ। ਦੂਜੇ ਨੇ ਕਿਹਾ ਵੀ ਰੱਬ ਮਿਲ ਸਕਦਾ ਸਮਾਧੀਆਂ ਲਾ ਕੇ, ਅੱਖਾਂ ਬੰਦ ਕਰੋ, ਸਮਾਧੀ ਲਾਓ। ਤੇ ਗੁਰੂ ਜੀ ਕਹਿੰਦੇ ਨੇ ਚੁੱਪੇ ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਿਵਤਾਰ, ਜੇ ਲਿਵਤਾਰ ਵੀ ਲਾਈ ਰੱਖਾਂ ਤੇ ਰੱਬ ਤੇ ਨਹੀਂ ਮਿਲਦਾ, ਐਵੇਂ ਸਮਾਧੀਆਂ ਲਾਇਆ ਤੇ ਮਿਲਦਾ ਨਹੀਂ ਹੈ। ਤੀਜਾ ਕਹਿੰਦੇ ਵੀ ਚਲਾਕੀਆਂ ਨਾਲ ਮਿਲ ਜਾਏਗਾ, ਸਿਆਣਪਾਂ ਦੇ ਨਾਲ, ਚਲਾਕੀਆਂ ਦੇ ਨਾਲ। ਤੇ ਗੁਰੂ ਜੀ ਕਹਿੰਦੇ ਨੇ ਸਹਿਜ ਸਿਆਣਪਾਂ ਲੱਖੋਂ ਹੈ, ਨਹੀਂ ਨਾ ਮਿਲਦਾ। ਹੁਣ ਚੌਥਾ ਕਹਿੰਦਾ ਕਿ ਇਸ ਮਨ ਨੂੰ ਪਹਿਲਾਂ ਰਜਾ ਲਓ, ਪਦਾਰਥਾਂ ਦੀ ਬਹੁਤਾਲਤਾ ਹੋਏਗੀ ਤੇ ਮਨ ਰੱਜ ਜਾਏਗਾ। ਤੇ ਗੁਰੂ ਜੀ ਕਹਿੰਦੇ ਨੇ ਐਵੇਂ ਤੇ ਰਜੇਵਾਂ ਨਹੀਂ ਹੋਣਾ, ਭੁੱਖਿਆਂ ਭੁੱਖ ਨਾ। ਕਿਸੇ ਨੇ ਕਿਹਾ ਵੀ ਜਪ ਤਪ ਕਰੋ, ਤਾਂ ਗੁਰੂ ਜੀ ਕਹਿੰਦੇ ਨੇ ਕਿਆ ਜਪ, ਕਿਆ ਤਪ, ਕਿਆ व्रत ਪੂਜਾ, ਜਾਂ ਕੇ ਹਿਰਦੇ ਭਾਉ ਹੈ ਦੂਜਾ। ਐਵੇਂ ਤੇ ਰੱਬ ਮਿਲਦਾ ਨਹੀਂ। ਕਿਸੇ ਨੇ ਉੱਤਰ ਦਿੱਤਾ ਵੀ ਇੰਜ ਕਰੋ ਵੀ ਧਰਮ ਗ੍ਰੰਥਾਂ ਦਾ ਪਾਠ ਪੜੋ, ਪਾਠ ਪੂਜਾ ਕਰ ਲੋ, ਰੱਬ ਮਿਲ ਜਾਏਗਾ। ਗੁਰੂ ਜੀ ਕਹਿੰਦੇ ਨੇ ਪਾਠ ਪੜਿਓ, ਪਰ ਵੇਦ ਵਿਚਾਰਿਓ, ਨਿਵਲ ਭੁੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਂਧੇ ਪਿਆਰੇ। ਇਨ ਬਿਦ ਮਿਲਣ ਨਾ ਜਾਈ। ਜੇ ਤੇ ਐਵੇਂ ਮਿਲਦਾ ਹੋਵੇ ਤੇ ਜਿੰਨੇ ਵੀ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲੇ ਸੱਜਣ ਨੇ, ਉਹਨਾਂ ਪ੍ਰਚਾਰਕਾਂ ਨੂੰ ਤੇ ਮਿਲ ਜਾਣਾ ਚਾਹੀਦਾ ਨਾ, ਪਰ ਨਹੀਂ ਮਿਲਿਆ। ਕਿਸੇ ਨੇ ਉੱਤਰ ਦਿੱਤਾ ਵੀ ਸੰਸਾਰ ਦਾ ਤਿਆਗ ਕਰ ਦਿਓ, ਬਾਬੇ ਬਣ ਜਾਓ, ਜੋਗੀ ਬਣ ਜਾਓ। ਤਾਂ ਗੁਰੂ ਜੀ ਕਹਿੰਦੇ ਨੇ ਗੱਲੀ ਜੋਗ ਨਾ ਹੋਈ, ਗੱਲਾਂ ਬਾਤਾਂ ਨਾਲ ਥੋੜੀ। ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ, ਵਸੀ ਰੱਬ ਹੀ ਆਲੀਏ। ਜੰਗਲ ਕਿਆ ਢੂੰਡੇ, ਜੰਗਲਾਂ ਵਿੱਚ ਜਾਇਆ ਥੋੜਾ ਮਿਲੇਗਾ। ਕਿਸੇ ਨੇ ਕਿਹਾ ਮੜੀਆਂ ਮਸਾਣਾ ਵਿੱਚ ਵਸ ਲਓ, ਨੰਗੇ ਪੈਰੀ ਫਿਰ ਲਓ। ਤੇ ਗੁਰੂ ਜੀ ਕਹਿੰਦੇ ਨੇ ਜੇ ਨੰਗੇ ਪੈਰੀ ਫਿਰਨ ਦੇ ਨਾਲ ਰੱਬ ਮਿਲਦਾ ਹੋਵੇ, ਤਾਂ ਫਿਰ ਤਾਂ ਪਸ਼ੂ ਪੰਛੀਆਂ ਨੂੰ ਮਿਲ ਜਾਏ। ਬਾਂਦਰਾਂ ਨੇ ਕਿਹੜਾ ਲਿਬਰਟੀ ਦੇ ਸ਼ੂਜ਼ ਪਾਏ ਹੁੰਦੇ ਨੇ, ਉਹਨਾਂ ਨੂੰ ਮਿਲ ਜਾਏ। ਗੁਰੂ ਜੀ ਕਹਿੰਦੇ ਨੇ ਅਲਮਲ ਖਾਈ, ਸਿਰ ਛਾਈ ਪਾਈ, ਮੂਰਖ ਅੰਧੇ ਪਤ ਗਵਾਈ, ਰਹੇ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਇਹਨਾਂ ਕੰਮਾਂ ਨਾਲ ਤੇ ਮਿਲਦਾ ਨਹੀਂ। ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਿਸੇ ਨੇ ਕਿਹਾ ਇੰਜ ਕਰੋ ਰੱਬ ਨੂੰ ਫੁੱਲਾਂ ਦੀ ਮਾਲਾ ਚੜਾ ਦਿਓ। ਤੇ ਨਾਮਦੇਵ ਜੀ ਕਹਿੰਦੇ ਨੇ ਆਨੀ ਲੈ ਫੂਲ ਪਰੋਈ ਲੈ ਮਾਲਾ, ਠਾਕੁਰ ਕੀ ਹੂੰ ਪੂਜ ਕਰੋ। ਐਵੇਂ ਤੇ ਮਿਲਦਾ ਨਹੀਂ। ਤੇ ਕਿਸੇ ਨੇ ਕਿਹਾ ਚਲੋ ਖੀਰ ਕੜਾ ਖਵਾ ਦਿਓ, ਰੱਬ ਨੂੰ ਭੋਗ ਲਵਾ ਦਿਓ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਆਨੀ ਲੈ ਦੂਧ ਰਿੰਧਾਈ ਲੈ ਖੀਰੰ, ਠਾਕੁਰ ਕੋ ਨੈਵੇਦ ਕਰੋ ਪਹਿਲੇ। ਯਾਨੀ ਇਹਨਾਂ ਕਰਮਾਂ ਨਾਲ ਤੇ ਮਿਲਦਾ ਨਹੀਂ ਹੈ। ਦੇਖੋ ਕਹਾਣੀ ਕਿੰਨੇ ਗਜ਼ਬ ਦੀ ਹੈ। ਕਰੇ ਕਹਾਣੀ ਇਕੱਤ ਕਿਹੜੀ, ਕਿਤ ਦੁਆਰੇ ਪਾਈਏ। ਕਿਹੜੇ ਢੰਗ ਦੇ ਨਾਲ, ਕਿਹੜੇ ਰਾਹ ਤੇ ਤੁਰਿਆ, ਕਿਹੜੇ ਤਰੀਕੇ ਦੇ ਨਾਲ ਰੱਬ ਮਿਲੇਗਾ। ਹੁਣ ਇਹਦਾ ਅੱਗੇ ਉੱਤਰ ਦੇ ਰਹੇ ਨੇ। ਉੱਤਰ ਦਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ। ਕਿ ਤਨ ਮਨ ਧਨ ਸਭ ਗੁਰੂ ਨੂੰ ਸੌਂਪ ਦਿੱਤਾ ਜਾਏ ਤਾਂ ਪ੍ਰਭੂ ਮਿਲੇਗਾ। ਹੁਕਮ ਮੰਨਣ ਦੇ ਨਾਲ ਮਿਲੇਗਾ। ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਜਾਏ, ਗੁਰੂ ਦੇ ਹੁਕਮ ਨੂੰ ਮੰਨੇ, ਰਜਾ ਦੇ ਵਿੱਚ ਤੁਰੇ, ਤਾਂ ਸਾਨੂੰ ਰੱਬ ਦਾ ਮਿਲਾਪ ਹੋ ਸਕਦਾ ਹੈ। ਹੁਣ ਦੇਖੋ ਤਨ ਮਨ ਧਨ ਸਭ ਸੌਂਪ ਗੁਰ ਕੋ, ਇੱਕ ਫਿਰ ਕਹਾਣੀ ਹੈ। ਇਹਨੂੰ ਬੜੇ ਗੌਰ ਨਾਲ ਸਮਝਣਾ ਹੈ। ਜੇ ਤੇ ਅਸੀਂ ਆਮ ਭਾਸ਼ਾ ਦੇ ਵਿੱਚ ਕਵਾਂਗੇ ਵੀ ਤਨ ਮਨ ਧਨ ਸੌਂਪ ਦਿਓ, ਵੀ ਕਾਰ ਦੀਆਂ ਚਾਬੀਆਂ ਮੈਨੂੰ ਸੌਂਪ ਦਿਓ, ਕਾਰ ਸੌਂਪ ਦਿੱਤੀ, ਇਹਦਾ ਮਤਲਬ ਕਾਰ ਮੇਰੀ ਹੋ ਗਈ। ਜਾਂ ਮੈਂ ਕੋਈ ਚੀਜ਼ ਤੁਹਾਨੂੰ ਦੇ ਦਿੱਤੀ, ਉਹ ਚੀਜ਼ ਤੁਹਾਡੀ ਹੋ ਗਈ। ਆਮ ਬੰਦਾ ਫਿਰ ਕਵੇਗਾ ਵੀ ਜੇ ਤਨ ਗੁਰੂ ਨੂੰ ਸੌਂਪ ਦਿੱਤਾ ਤੇ ਹੁਣ ਮੈਂ ਘਰ ਨਾ ਜਾਵਾਂ, ਫਿਰ ਮੈਂ ਗੁਰਦੁਆਰਾ ਸਾਹਿਬ ਬੈਠਾ ਰਵਾਂ। ਧੰਨ ਗੁਰੂ ਨੂੰ ਸੌਂਪਣ ਦਾ ਮਤਲਬ ਕਿ ਆਪਣੀ ਸਾਰੀ ਪ੍ਰੋਪਰਟੀ ਮੈਂ ਕਿਸੇ ਗੁਰਦੁਆਰੇ ਸਾਹਿਬ ਦੇ ਨਾਮ ਲਵਾ ਦਿਆਂ। ਇਹ ਹੈ ਤਨ ਮਨ ਸੌਂਪਣਾ।
ਨਾ, ਐਵੇਂ ਤੇ ਗੱਲ ਬਣਨੀ ਨਹੀਂ ਨਾ। ਜੇ ਐਵੇਂ ਹੁੰਦਾ ਹੋਵੇ ਤਾਂ ਫਿਰ ਤਾਂ ਬੜਾ ਸੌਖਾ ਸੀ ਕੰਮ, ਗੁਰਦੁਆਰੇ ਬੈਠੇ ਰਹੋ ਰੱਬ ਮਿਲ ਜਾਏ, ਮੰਦਿਰ ਮਸੀਤ ਵਿੱਚ ਜਾ ਕੇ ਬਹਿ ਜਾਓ ਰੱਬ ਮਿਲ ਜਾਏ। ਪਰ ਐਵੇਂ ਤੇ ਮਿਲਦਾ ਨਹੀਂ ਨਾ। ਜੇ ਐਵੇਂ ਮਿਲਦਾ ਹੋਵੇ ਜਿਹੜੇ ਪੁਜਾਰੀ ਵੀਰ ਅਸੀਂ ਰਹਿੰਦੇ ਹਾਂ ਗੁਰਦੁਆਰਿਆਂ ਵਿੱਚ ਸਾਨੂੰ ਮਿਲ ਜਾਏ, ਜੇ ਧਨ ਸੌਂਪਣ ਨਾਲ ਮਿਲਦਾ ਹੋਵੇ ਜਾਂ ਮਤਲਬ ਪ੍ਰਸ਼ਾਦਾ ਪਾਣੀ ਛਕਾਉਣ ਨਾਲ ਰੱਬ ਮਿਲਦਾ ਹੋਵੇ ਤਾਂ ਗੁਰੂ ਜੀ ਕਹਿੰਦੇ ਨੇ ਫੇਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ। ਵੀ ਰੱਬ ਦੇ ਅੱਗੇ ਕੀ ਧਰੀਏ ਲਿਆ ਕੇ ਜਿਹਦੇ ਨਾਲ ਸਾਨੂੰ ਉਹਦਾ ਦਰਬਾਰ ਦਿਸ ਜਾਏ। ਖੀਰ ਧਰ ਦਈਏ ਕਿ ਕੜਾਹ ਧਰ ਦਈਏ, ਪਕੌੜੇ ਖਵਾ ਦਈਏ, ਧਨ ਰੱਖ ਦਈਏ, ਜ਼ਮੀਨ ਜਾਇਦਾਦ ਸੋਨਾ ਦੇ ਦਈਏ। ਗੁਰੂ ਜੀ ਕਹਿੰਦੇ ਨੇ ਕੰਚਨ ਸਿਉ ਪਾਈਏ ਨਹੀਂ ਤੋਲ, ਇਹਨਾਂ ਚੀਜ਼ਾਂ ਨਾਲ ਤੇ ਮਿਲਦਾ ਨਹੀਂ। ਤਾਂ ਫਿਰ ਤਨ ਮਨ ਧਨ ਸੌਂਪਣਾ ਕੀ ਹੈ? ਤਨ ਮਨ ਧਨ ਸੌਂਪਣੇ ਦੀ ਉੱਤਰ ਦੇ ਰਹੇ ਨੇ ਹੁਕਮ ਮੰਨੇ ਪਾਈਏ, ਹੁਕਮ ਮੰਨਣ ਦੇ ਨਾਲ। ਯਾਨੀ ਤਨ ਮਨ ਔਰ ਧਨ ਦੀ ਵਰਤੋਂ ਗੁਰਮਤ ਆਸ਼ੇ ਅਨੁਸਾਰ ਕਰਨੀ ਹੈ। ਤਨ ਗੁਰੂ ਨੂੰ ਸੌਂਪਣ ਦਾ ਮਤਲਬ ਹੈ ਕਿ ਇਹ ਸਰੀਰ ਦੇ ਨਾਲ, ਜੇ ਇਹ ਸਰੀਰ ਗੁਰੂ ਦਾ ਹੈ, ਗੁਰੂ ਨੂੰ ਸੌਂਪ ਦਿੱਤਾ ਹੈ, ਤਾਂ ਇਹ ਸਰੀਰ ਦੇ ਨਾਲ ਕੰਮ ਉਹ ਕਰਨੇ ਨੇ ਜੋ ਗੁਰੂ ਨੂੰ ਮਨਜ਼ੂਰ ਨੇ। ਗੁਰੂ ਜੀ ਸ਼ਰਾਬ ਪੀਣ ਦੀ ਇਜਾਜ਼ਤ ਦੇਣਗੇ ਕਿ ਨਹੀਂ ਦੇਣਗੇ ਨਾ? ਕਿ ਗੁਰੂ ਜੀ ਸਾਨੂੰ ਝੂਠ ਬੋਲਣ ਦੀ ਇਜਾਜ਼ਤ ਦੇਣਗੇ? ਗੁਰੂ ਦਾ ਸਰੀਰ ਅਸੀਂ ਸੌਂਪ ਦਈਏ ਤਾਂ ਕਿ ਅਸੀਂ ਵਿਚਾਰ ਦੇ ਅੱਡਿਆਂ ਤੇ ਜਾ ਸਕਦੇ ਹਾਂ, ਚੋਰੀ ਕਰਨ ਜਾ ਸਕਦੇ ਹਾਂ, ਅੱਖਾਂ ਨਾਲ ਮਾੜਾ ਵੇਖ ਸਕਦੇ ਹਾਂ, ਗੁਰੂ ਦੇ ਸਰੀਰ ਨਾਲ ਕੰਨਾਂ ਨਾਲ ਅਸੀਂ ਮਾੜਾ ਸੁਣ ਸਕਦੇ ਹਾਂ, ਜ਼ਬਾਨ ਨਾਲ ਮਾੜਾ ਬੋਲ ਸਕਦੇ ਹਾਂ? ਨਹੀਂ ਨਾ। ਤਨ ਗੁਰੂ ਨੂੰ ਸੌਂਪਣ ਦਾ ਮਤਲਬ ਤਨ ਦੇ ਨਾਲ ਕੰਮ ਉਹ ਕਰਨੇ ਨੇ ਜੋ ਕੰਮ ਗੁਰੂ ਨੂੰ ਮਨਜ਼ੂਰ ਨੇ। ਮਨ ਗੁਰੂ ਨੂੰ ਸੌਂਪਣ ਦਾ ਮਤਲਬ ਹੈ ਕਿ ਮਨ ਦੇ ਅੰਦਰ ਜੋ ਵਿਚਾਰ ਪੈਦਾ ਹੋ ਰਹੇ ਨੇ, ਹੁਣ ਦੇਖੋ ਗੁਰੂ ਦੇ ਮਨ ਦੇ ਅੰਦਰ ਕਦੇ ਵਿਚਾਰ ਆਏਗੀ, ਪੈਦਾ ਹੋਏਗੀ ਕਿ ਮੈਂ ਫਿਲਮ ਦੇਖ ਆਵਾਂ? ਕਿ ਗੁਰੂ ਦੇ ਮਨ ਦੇ ਅੰਦਰ ਵਿਚਾਰ ਪੈਦਾ ਹੋਏਗੀ ਕੋਈ ਮਾੜਾ ਕਰਮ ਕਰਨ ਲਈ? ਨਹੀਂ ਨਾ, ਇਹ ਮਨ ਗੁਰੂ ਨੂੰ ਸੌਂਪ ਦਿੱਤਾ ਨਾ। ਤਾਂ ਇਹਦਾ ਮਤਲਬ ਸਾਡੀ ਮੈਂਟੈਲਿਟੀ, ਸਾਡੀ ਮਾਨਸਿਕਤਾ ਗੁਰੂ ਵਰਗੀ ਹੋਣੀ ਚਾਹੀਦੀ ਹੈ। ਅਸੀਂ ਆਪਣੀ ਸੋਚ ਨੂੰ ਗੁਰੂ ਵਰਗੀ ਬਣਾਉਣਾ ਹੈ। ਮਨ ਦੇ ਅੰਦਰ ਜੋ ਵਿਚਾਰ ਪੈਦਾ ਹੋਣ ਉਹ ਵਿਚਾਰ ਗੁਰੂ ਵਾਲੇ ਹੋਣੇ ਚਾਹੀਦੇ ਨੇ। ਅੰਤਰ ਗੁਰ ਆਰਾਧਨਾ, ਮਨ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਇਹ ਗੁਣ, ਇਹ ਵਿਚਾਰ ਸਾਡੇ ਮਨ ਦੇ ਅੰਦਰ ਪੈਦਾ ਹੋਣ, ਇਹਨੂੰ ਕਹਿੰਦੇ ਨੇ ਮਨ ਸੌਂਪਣਾ। ਤੇ ਧੰਨ ਗੁਰੂ ਨੂੰ ਸੌਂਪਣ ਦਾ ਮਤਲਬ ਹੈ ਧਨ ਦੀ ਵਰਤੋਂ ਉੱਥੇ ਕਰਨੀ ਜਿੱਥੇ ਗੁਰੂ ਕਹਿੰਦਾ ਹੈ। ਗੁਰੂ ਦੇ ਧਨ ਦੇ ਨਾਲ ਅਸੀਂ ਕਿਸੇ ਦੀ ਹੈਲਪ ਕਰ ਸਕਦੇ ਹਾਂ ਜੇ ਸਾਡੇ ਕੋਲ ਆਪਣੇ ਖਰਚੇ ਤੋਂ ਵੱਧ ਹੈ। ਗੁਰੂ ਦੇ ਧਨ ਦੇ ਨਾਲ ਅਸੀਂ ਸ਼ਰਾਬਾਂ ਨਹੀਂ ਪੀ ਸਕਦੇ। ਇਸ ਧਨ ਦੀ ਵਰਤੋਂ ਕਤਲ ਕਰਾਉਣ ਵਾਸਤੇ ਨਹੀਂ ਕਰਨੀ। ਇਹ ਧਨ ਦੀ ਵਰਤੋਂ ਰਿਸ਼ਵਤਖੋਰੀ ਵਾਸਤੇ ਨਹੀਂ ਕਰਨੀ। ਇਸ ਧਨ ਦੇ ਨਾਲ ਐਵੇਂ ਹੀ ਗੈਰ ਕੁਦਰਤੀ ਗੈਰ ਜ਼ਰੂਰਤ ਤੋਂ ਚੀਜ਼ਾਂ ਜਿਹੜੀਆਂ ਨੇ ਖਰੀਦਣ ਦੀ ਜ਼ਰੂਰਤ ਨਹੀਂ ਹੈ। ਯਾਨੀ ਤਨ, ਮਨ ਔਰ ਧਨ ਦੀ ਵਰਤੋਂ ਗੁਰਮਤ ਆਸ਼ੇ ਅਨੁਸਾਰ ਕਰਨੀ ਹੈ। ਹੁਕਮ ਰਜ਼ਾਈ ਚੱਲਣਾ, ਇਹਨੂੰ ਇਹ ਐਵੇਂ ਰੱਬ ਮਿਲੇਗਾ। ਪਹਿਲੀ ਕਹਾਣੀ ਸੀ ਨਾ, ਦੇਖੋ ਧਿਆਨ ਨਾਲ ਸੁਣੋ, ਕਿਤ ਦੁਆਰੇ ਪਾਈਏ ਰੱਬ ਕਿਵੇਂ ਮਿਲੇਗਾ। ਤਨ ਮਨ ਧਨ ਸਭ ਸੌਂਪ ਗੁਰ ਕੋ। ਤਨ ਮਨ ਧਨ ਗੁਰੂ ਨੂੰ ਸੌਂਪਣਾ ਕੀ ਇਹ ਹੁਕਮ ਮੰਨੇ ਪਾਈਏ। ਤਨ ਮਨ ਔਰ ਧਨ ਕਰਕੇ ਗੁਰੂ ਦੀ ਵਰਤੋਂ ਕਰਨੀ ਹੈ, ਹੁਕਮ ਦੀ ਵਰਤੋਂ ਕਰਨੀ। ਤੇ ਹੁਕਮ ਮੰਨਣਾ ਕਿਹਦਾ ਹੈ? ਤਨ ਮਨ ਧਨ ਗੁਰੂ ਨੂੰ ਸੌਂਪਣਾ ਹੁਕਮ ਕਿਹਦਾ ਮੰਨਣਾ ਹੈ? ਹੁਕਮ ਮੰਨਿਓ ਗੁਰੂ ਕੀ ਰਾਹ, ਗੁਰੂ ਦਾ ਹੁਕਮ। ਹੁਕਮ ਮੰਨਣਾ ਹੈ ਗੁਰੂ ਦਾ, ਗੁਰੂ ਦੇ ਹੁਕਮ ਦੇ ਵਿੱਚ ਤੁਰਨਾ ਹੈ। ਸਾਡੀ ਜ਼ਿੰਦਗੀ ਵਿੱਚ ਨਾ ਭੁੱਲ ਕਿੱਥੇ ਰਹੀ? ਦੇਖੋ ਅਸੀਂ ਕੰਮ ਸਾਰੇ ਕਰ ਰਹੇ ਹਾਂ, ਜ਼ਬਾਨ ਨਾਲ ਬੋਲ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਹੱਥਾਂ ਨਾਲ ਕੰਮ ਕਰ ਰਹੇ ਹਾਂ, ਪੈਰਾਂ ਨਾਲ ਤੁਰ ਰਹੇ ਹਾਂ, ਮਨ ਦੇ ਨਾਲ ਸੋਚ ਰਹੇ ਹਾਂ, ਖੇਤੀ ਕਰ ਰਹੇ ਹਾਂ, ਵਪਾਰ ਕਰ ਰਹੇ ਹਾਂ, ਦੁਕਾਨ ਕਰ ਰਹੇ ਹਾਂ, ਜੋਬ ਕਰ ਰਹੇ ਹਾਂ, ਧਰਮ ਕਰਮ ਕਰ ਰਹੇ ਹਾਂ। ਕੰਮ ਤੇ ਅਸੀਂ ਸਾਰੇ ਕਰ ਹੀ ਰਹੇ ਹਾਂ। ਤੇ ਜੇ ਅਸੀਂ ਗੁਰੂ ਦੇ ਹੁਕਮ ਅਨੁਸਾਰ ਕਰ ਲਈਏ ਤਾਂ ਸਾਡੀ ਜ਼ਿੰਦਗੀ ਸੰਵਰ ਸਕਦੀ ਹੈ ਨਾ। ਪਰ ਅਸੀਂ ਹੁਕਮ ਕਿਹਦਾ ਮੰਨਦੇ ਹਾਂ? ਕਿਸੇ ਜੋਤਸ਼ੀ ਦਾ ਮੰਨ ਲੈਂਦੇ ਹਾਂ।
ਕਿਸੇ ਬਾਬੇ ਦਾ ਡੇਰੇਦਾਰ ਦਾ ਮੰਨ ਲੈਂਦੇ ਆ, ਕਿਸੇ ਅਸੀਂ ਪੀਰ ਫਕੀਰ ਦਾ ਮੰਨ ਲੈਂਦੇ ਆ, ਭੂਤ ਨੇ ਕੱਢਣ ਵਾਲਿਆਂ ਦਾ ਮੰਨ ਲੈਂਦੇ ਆ, ਜੰਤਰ ਮੰਤਰ ਵਾਲਿਆਂ ਦਾ ਹੁਕਮ ਮੰਨ ਲੈਂਦੇ ਆ, ਪਰ ਗੁਰੂ ਦਾ ਹੁਕਮ ਨਹੀਂ ਮੰਨਦੇ। ਅਸੀਂ ਹੁਕਮ ਤੇ ਮੰਨ ਰਹੇ ਆ, ਕਿਸੇ ਨਾ ਕਿਸੇ ਦਾ ਤੇ ਮੰਨ ਨਹੀਂ ਰਿਹਾ ਨਾ। ਤੇ ਜੇ ਅਸੀਂ ਹੁਕਮ ਗੁਰੂ ਦਾ ਮੰਨ ਲਈਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਲਈਏ, ਤਾਂ ਜੀਵਨ ਦੇ ਅੰਦਰ ਬੇਪਰਵਾਹੀ ਆ ਜਾਏਗੀ। ਬੇਪਰਵਾਹ ਸਦਾ ਰੰਗ ਹਰ ਕੈ ਜਾਕੋ ਪਾਕ ਸੁਆਮੀ, मानुख की टेक वृथी सब जान, देवन को एक है भगवान, जिसके दिए रहे अघाए, बहुर ना तृष्णा लागे आए। ਕਿਸੇ ਬਾਬੇ ਨੇ ਕਹਿ ਦਿੱਤਾ ਨਾ ਕਿ ਅਸੀਂ ਭੋਗ ਲਵਾਉਣ ਲਈ ਤਿਆਰ ਹਾਂ, ਪਰ ਅਸੀਂ ਗੁਰੂ ਦੇ ਹੁਕਮ ਬਾਣੀ ਦੇ ਵਿੱਚੋਂ ਜੋ ਸਾਨੂੰ ਮਿਲ ਰਿਹਾ ਹੈ ਉਹ ਮੰਨਣ ਲਈ ਤਿਆਰ ਨਹੀਂ। ਕਾਲ ਤਖਤ ਵਾਲੀ ਮਰਿਆਦਾ ਨੂੰ ਮੰਨਣ ਲਈ ਤਿਆਰ ਨਹੀਂ, ਬਾਬੇ ਦੀ ਗੱਲ ਮੰਨਣ ਲਈ ਤਿਆਰ ਆ, ਕਿਸੇ ਹੋਰ ਦੀ ਗੱਲ ਮੰਨਣ ਲਈ ਤਿਆਰ ਆ। ਕੰਮ ਅਸੀਂ ਕਰ ਰਹੇ ਹਾਂ, ਜੀਵਨ ਦੀ એનર્ਜੀ ਖਤਮ ਹੋ ਰਹੀ ਹੈ, ਲੇਕਿਨ ਪ੍ਰਾਪਤੀ ਕੁਛ ਨਹੀਂ ਹੋ ਰਹੀ। ਪ੍ਰੋਬਲਮ ਕਿੱਥੇ ਆ ਰਹੀ ਹੈ? ਦੇਖੋ, ਇੱਕ ਜ਼ਿਮੀਂਦਾਰ ਸਵੇਰੇ ਖੂਹ ਦੇ ਅੰਦਰ ਬੈਲ ਜੋੜਦਾ ਹੈ, ਜਾਂ ਤੇਲੀ ਕੋਲੂ ਦੇ ਅੰਦਰ ਬੈਲ ਜੋ ਦਿੰਦਾ, ਉਹਦੀਆਂ ਅੱਖਾਂ ਤੇ ਖੋਪੇ ਚੜਾ ਦਿੰਦਾ, ਅੱਖਾਂ ਬੰਨ ਦਿੰਦਾ। ਉਸ ਬੈਲ ਨੂੰ ਇੱਕ ਵਾਰੀ ਤੋੜ ਦਿੰਦਾ, ਸੋਟੀ ਮਾਰ ਦਿੱਤੀ, ਬੈਲ ਤੁਰ ਪਿਆ। ਹੁਣ ਅੱਖਾਂ ਬੰਦ ਨੇ ਤੇ ਬੈਲ ਸਮਝਦਾ ਹੈ ਮਾਲਕ ਡੰਡਾ ਲੈ ਕੇ ਪਿੱਛੇ ਤੁਰਿਆ ਹੁੰਦਾ ਹੈ, ਜੇ ਮੈਂ ਖਲੋਤਾ ਤੇ ਡੰਡਾ ਵੱਜਣਾ। ਉਹ ਤੁਰਦਾ ਰਹਿੰਦਾ, ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬੈਲ ਤੁਰ ਰਿਹਾ ਲਗਾਤਾਰ, ਭੁੱਖਾ ਪਿਆਸਾ। ਤੇ ਦੁਪਹਿਰ ਨੂੰ ਮਾਲਕ ਰੋਕਦਾ ਹੈ, ਜਦੋਂ ਬੈਲ ਥੱਕ ਜਾਏ ਤੇ ਦੂਜੇ ਜੋ ਲੈਂਦੇ ਨੇ ਨਾ, ਦੂਜੇ ਬੈਲਾਂ ਨੂੰ, ਬੈਲ ਨੂੰ ਰੋਕਦਾ ਹੈ। ਤੇ ਬੈਲ ਸਮਝਦਾ ਹੈ ਮੈਂ ਸਵੇਰ ਦਾ ਤੁਰਿਆ ਹਾਂ, ਮੈਂ ਬਹੁਤ ਦੂਰ ਪਹੁੰਚ ਗਿਆ ਹੋਵਾਂਗਾ। ਤੇ ਜਦੋਂ ਬੈਲ ਦੀਆਂ ਅੱਖਾਂ ਖੋਲਦਾ ਹੈ ਤੇ ਬੈਲ ਹੈਰਾਨ ਰਹਿ ਜਾਂਦਾ ਕਿ ਮੈਂ ਤੇ ਉੱਥੇ ਹੀ ਹਾਂ, ਮੈਂ ਤੇ ਉੱਥੇ ਇੱਕ ਕਦਮ ਵੀ ਅੱਗੇ ਨਹੀਂ ਵਧਿਆ। ਬੈਲ ਸਾਰਾ ਦੁਪਹਿਰ ਤੱਕ ਤੁਰਦਾ ਰਿਹਾ ਹੈ, ਭਾਰ ਢੋਂਦਾ ਰਿਹਾ ਹੈ, ਭੁੱਖਾ ਪਿਆਸਾ, ਥੱਕ ਕੇ ਚੂਰ ਹੋ ਗਿਆ, ਪਰ ਵਧਿਆ ਇੱਕ ਕਦਮ ਵੀ ਨਹੀਂ, ਉੱਥੇ ਹੀ ਹੈ। ਉੱਥੇ ਘੁੰਮੀ ਜਾ ਰਿਹਾ ਕਿਉਂਕਿ ਵੱਜਾ ਹੋਇਆ ਹੈ, ਉੱਥੇ ਘੁੰਮਣ ਘੇਰੀ ਵਿੱਚ, ਪਹੁੰਚਿਆ ਕਿਤੇ ਵੀ ਨਹੀਂ। ਹੁਣ ਦੇਖੋ, ਸਾਡੀ ਉਮਰ ਕਿਸੇ ਦੀ 50 ਸਾਲ, 40 ਸਾਲ, 20 ਸਾਲ, 60 ਸਾਲ, ਜਿੰਨੀ ਵੀ ਹੋ ਗਈ, ਅਸੀਂ ਧਰਮ ਕਰਮ ਕੀਤੇ, ਅਸੀਂ ਜ਼ਿੰਦਗੀ ਜੀਵੀ, ਤੇ ਪਹੁੰਚੇ ਕਿੱਥੇ ਕਾਂ ਭਲਾ? ਮੈਂ ਆਪਣੇ ਜੀਵਨ ਨੂੰ ਵੇਖਣਾ, ਤੁਸੀਂ ਆਪਣੇ ਨੂੰ, ਹਰ ਬੰਦੇ ਨੇ ਆਪਣੇ ਨੂੰ ਸੈਲਫ ਐਨਾਲਿਸਿਸ ਕਰਨਾ ਹੈ ਕਿ ਕੀ ਅਸੀਂ ਰੱਬ ਦੇ ਨੇੜੇ ਤੇੜੇ ਪਹੁੰਚੇ ਹਾਂ? ਕੀ ਇੱਕ ਕਦਮ ਵੀ ਅਸੀਂ ਕਿਸੇ ਪਾਸੇ ਵਧੇ ਹਾਂ? ਕੋਈ ਝੂਠ ਛੱਡਿਆ, ਈਰਖਾ ਛੱਡੀ ਹੈ, ਕੋਈ ਸੱਚਾਈ, ਕੋਈ ਦਇਆ, ਕੋਈ ਧਰਮ, ਕੋਈ ਸਾਡੇ ਅੰਦਰ ਪਿਆਰ ਮੁਹੱਬਤ ਦੀ ਭਾਵਨਾ, ਗੁਰਮਤਿ ਆਸ਼ੇ ਵਾਲਾ ਜੀਵਨ ਆਇਆ? ਜੇ ਤੇ ਆਇਆ ਫਿਰ ਤਾਂ ਜ਼ਿੰਦਗੀ ਮੁਬਾਰਕ ਹੈ, ਫਿਰ ਤਾਂ ਸਾਡੀ ਯਾਤਰਾ ਸਫਲ ਹੋ ਰਹੀ ਹੈ, ਫਿਰ ਤਾਂ ਸਾਨੂੰ ਜੀਵਨ ਦਾ ਲਾਭ ਹੋਇਆ। ਤੇ ਜੇ ਕੁਛ ਵੀ ਫਰਕ ਨਹੀਂ ਪਿਆ ਤੇ ਫਿਰ ਬੈਲ ਦੀ ਤਰ੍ਹਾਂ ਤੁਰੇ ਜਾ ਰਹੇ ਆ ਨਾ, ਪਹੁੰਚੇ ਤੇ ਕਿਤੇ ਵੀ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ, ਹੁਕਮ ਮੰਨਿਓ ਗੁਰੂ ਕੇਰਾ। ਦੇਖੋ, ਸਾਡੀ ਜ਼ਿੰਦਗੀ ਵਾਸਤੇ ਕਿੰਨੀ ਜ਼ਰੂਰੀ ਚੀਜ਼ ਹੈ ਕਿ ਗੁਰੂ ਦਾ ਹੁਕਮ ਮੰਨ ਲਓ, ਮੈਂ ਵੀ ਔਰ ਤੁਸੀਂ ਵੀ। ਇਹਦੇ ਨਾਲ ਕੀ ਹੋਏਗਾ? ਸਾਡੀ ਜ਼ਿੰਦਗੀ ਸੌਖੀ ਹੋ ਜਾਏ। ਮੰਨ ਲਓ ਮੇਰਾ ਪਰਿਵਾਰ ਹੈ ਜਾਂ ਤੁਹਾਡਾ ਹੈ, ਹੁਣ ਮੇਰੀ ਘਰ ਵਾਲੀ ਹੈ, ਮੇਰੀ ਨੂੰਹ ਰਾਣੀ ਹੈ, ਬੇਟਾ ਹੈ, ਪੋਤਰੀ ਹੈ, ਅਸੀਂ 4-5 ਜੀ ਹਾਂ ਘਰ ਦੇ। ਬੇਟੀ ਦਾ ਪਰਿਵਾਰ ਵੱਖਰਾ ਹੈ, ਮੈਂ ਪਰਿਵਾਰ ਉਹਨੂੰ ਹੀ ਗਿਣਾਂਗਾ ਜਿੰਨੇ ਆਪਣੇ ਮੈਂਬਰ ਨੇ। ਜੇ ਅਸੀਂ ਇਹ 4-5 ਮੈਂਬਰ ਇੱਕ ਦੂਜੇ ਦੇ ਹੁਕਮ ਨੂੰ ਮੰਨੀਏ ਤੇ ਹੋ ਸਕਦਾ ਸਾਡੀ ਈਗੋ ਨੂੰ ਚੋਟ ਲੱਗੇ, ਨੂੰਹ ਰਾਣੀ ਦੀ ਈਗੋ ਨੂੰ ਚੋਟ ਲੱਗੇ ਕਿ ਮੈਂ ਇਹਨਾਂ ਦੀ ਗੱਲ ਨੂੰ ਕਿਉਂ ਮੰਨਾਂ, ਇਹ ਅਨਪੜ੍ਹ ਬੁੱਢੇ ਤੇ ਮੈਂ ਪੜ੍ਹੀ ਲਿਖੀ। ਹੋ ਸਕਦਾ ਸਾਨੂੰ ਚੋਟ ਲੱਗੇ ਕਿ ਕੱਲ ਦੀ ਕੁੜੀ ਨਿੱਕੀ ਜੀ ਤੇ ਅਸੀਂ ਬਜ਼ੁਰਗ, ਤੇ ਸਾਡੀ ਗੱਲ ਈਗੋ ਨੂੰ ਚੋਟ ਲੱਗੇਗੀ ਨਾ। ਪਰ ਜੇ ਅਸੀਂ ਸਾਰੇ ਜਣੇ ਇੱਕ ਫੈਸਲਾ ਕਰ ਲਈਏ ਕਿ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਿਆਂ ਨਾ ਸਾਡੀ ਈਗੋ ਨੂੰ ਚੋਟ, ਨਾ ਬੱਚਿਆਂ ਦੀ ਨੂੰ। ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਿਆ ਨਾ ਸਾਡੀ ਈਗੋ ਨੂੰ ਚੋਟ ਲੱਗਣੀ ਹੈ, ਨਾ ਉਹਨਾਂ ਦੀ। ਏਕ ਪਿਤਾ ਏਕਸ ਕੇ ਹਮ ਬਾਰਿਕ ਹੋ ਗਏ, ਤੇ ਸਾਡੇ ਘਰ ਦੇ ਅੰਦਰ ਕੋਈ ਸਮੱਸਿਆ ਪੈਦਾ ਹੀ ਨਹੀਂ ਹੋਏਗੀ। ਜੇ ਕੋਈ ਪੈਦਾ ਹੋਏਗੀ ਤੇ ਉਹਦਾ ਸੋਲੂਸ਼ਨ ਹੋ ਜਾਏਗਾ। ਲੇਕਿਨ ਇੰਨਾ ਆਸਾਨ ਰਾਹ ਅਸੀਂ ਅਪਣਾਇਆ ਨਹੀਂ। ਦੇਖੋ ਕਹਾਣੀ ਵਿੱਚੋਂ ਕੀ ਨਿਕਲ ਰਿਹਾ ਹੈ।
ਹੁਕਮ ਮੰਨਿਓ ਗੁਰੂ ਕੇਰਾ। ਤੇ ਇਹ ਫਿਰ ਇੱਕ ਕਹਾਣੀ ਹੈ। ਹੁਣ ਸਵਾਲ ਪੈਦਾ ਹੋਏਗਾ ਵੀ ਗੁਰੂ ਦਾ ਹੁਕਮ ਹੈ ਕੀ? ਕਹਾਣੀ ਬਣ ਗਈ ਨਾ ਫਿਰ। ਗੁਰੂ ਦਾ ਹੁਕਮ ਕੀ ਹੈ? ਕਿੱਥੋਂ ਲੱਭੀਏ ਗੁਰੂ ਦਾ ਹੁਕਮ ਹੈ ਕੀ? ਹੁਣ ਗੁਰੂ ਦਾ ਹੁਕਮ ਦੇਖੋ, ਮੈਂ ਤੇ ਆਪਣੀ ਮਤ ਮੁਤਾਬਕ ਤੁਹਾਨੂੰ ਦੱਸ ਦਿਆਂਗਾ, ਕੋਈ ਆਪਣੇ ਮੁਤਾਬਕ ਦੱਸ ਦੇਵੇਗਾ, ਪ੍ਰੋਬਲਮ ਤੇ ਫਿਰ ਕ੍ਰੀਏਟ ਹੋ ਗਈ। ਇਸ ਲਈ ਗੁਰੂ ਜੀ ਕਹਿੰਦੇ ਨੇ ਹੁਕਮ ਮੰਨਿਓ ਗੁਰੂ ਕੇਰਾ, ਗਾਵਹੁ ਸੱਚੀ ਬਾਣੀ। ਗੁਰੂ ਦਾ ਹੁਕਮ ਗੁਰੂ ਦੀ ਬਾਣੀ ਵਿੱਚ ਮੌਜੂਦ ਹੈ। ਗੁਰੂ ਦੀ ਪਾਵਨ ਬਾਣੀ ਨੂੰ ਗਾਓ, ਰੱਬ ਦੀ ਸਿਫਤ ਸਲਾਹ ਕਰੋ। ਗੁਰੂ ਦੀ ਪਾਵਨ ਬਾਣੀ ਨੂੰ ਗਾਓ ਦਾ ਮਤਲਬ ਗੁਰੂ ਦੀ ਪਾਵਨ ਬਾਣੀ ਨੂੰ ਆਪ ਪੜੋ, ਗੁਰਬਾਣੀ ਦੀ ਵਿਚਾਰ ਆਪ ਕਰੋ ਤੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੋ। ਹੁਕਮ ਮੰਨਿਓ ਗੁਰੂ ਕੇਰਾ, ਇਸ ਕਹਾਣੀ ਦਾ ਉੱਤਰ ਕੀ ਹੈ? ਗਾਵੋ ਸੱਚੀ ਬਾਣੀ। ਗੁਰੂ ਦਾ ਹੁਕਮ ਗੁਰੂ ਦੀ ਬਾਣੀ ਵਿੱਚ ਹੈ। ਕਿਸੇ ਬਾਬੇ ਕੋਲ ਗੁਰੂ ਦਾ ਹੁਕਮ ਨਹੀਂ ਹੈ। ਗੁਰੂ ਦਾ ਹੁਕਮ ਸਾਡੇ ਸਾਰਿਆਂ ਵਾਸਤੇ ਇੱਕ ਹੈ। ਇਹ ਨਹੀਂ ਕਿ ਗੁਰੂ ਕਿਸੇ ਨੂੰ ਕੁਛ ਕਹੇ ਤੇ ਕਿਸੇ ਨੂੰ ਕੁਛ। ਗੁਰੂ ਦੀ ਪਾਵਨ ਬਾਣੀ ਦਾ ਸਿਧਾਂਤ ਇੱਕ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਪਿਆਰਿਓ, ਗੁਰੂ ਦੀ ਪਾਵਨ ਬਾਣੀ ਗਾਓ। ਕਹਿ ਨਾਨਕ ਸੁਣੋ ਸੰਤੋ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਹੇ ਪਿਆਰਿਓ, ਸਰਵਣ ਕਰੋ, ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣੋ, ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸਮਝੋ। ਕਥਿਓ ਅਕਥ ਕਹਾਣੀ। ਕਥਿਓ ਦਾ ਮਤਲਬ ਕਹੋ, ਅਕਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ। ਕਥਿਓ ਦਾ ਮਤਲਬ ਕਥੋ, ਕਹੋ। ਕਹਾਣੀ ਦਾ ਮਤਲਬ ਕਹਾਣੀ, ਜਿਹੜੀਆਂ ਅਸੀਂ ਕਹਾਣੀਆਂ ਪਾ ਰਹੇ ਸੀ, ਬੜਾ ਵਧੀਆ ਲੱਗਾ ਹੈ ਨਾ, ਬਹੁਤ ਚੰਗਾ ਸੀ। ਤੇ ਨਾਲ ਨਾਲ ਰੱਬ ਦੀਆਂ ਕਹਾਣੀਆਂ ਪਾਓ, ਨਾਲ ਨਾਲ ਰੱਬ ਬਾਰੇ ਸੋਚੋ ਕਿ ਰੱਬ ਕਿਵੇਂ ਮਿਲੇਗਾ, ਰੱਬ ਕੀ ਹੈ, ਰੱਬ ਕਿੱਥੇ ਹੈ, ਰੱਬ ਕੀ ਕਰਦਾ ਹੈ, ਰੱਬ ਦਾ ਸਰੂਪ ਕੀ ਹੈ, ਰੱਬ ਦੇ ਗੁਣ ਕੀ ਨੇ, ਗੁਰੂ ਦਾ ਹੁਕਮ ਕੀ ਹੈ, ਗੁਰੂ ਦੀ ਪਾਵਨ ਬਾਣੀ ਕੀ ਹੈ। ਬਾਣੀ ਬਾਰੇ ਸੋਚੋ। ਬਾਣੀ ਪੜਨ ਦੇ ਨਾਲ ਸਾਨੂੰ ਲਾਭ ਕੀ ਹੋਏਗਾ? ਜੇ ਬਾਣੀ ਨਾਲੋਂ ਟੁੱਟ ਜਾਵਾਂਗੇ ਤੇ ਕੀ ਹੋਏਗਾ? ਹੁਣ ਜੇ ਅਸੀਂ ਬਾਣੀ ਨਾਲੋਂ ਟੁੱਟਾਂਗੇ ਨਾ, ਤਾਂ ਫਿਰ ਕੀ ਹੋਏਗਾ? ਜਦੋਂ ਅਸੀਂ ਇਹ ਚੀਜ਼ ਦਾ ਸਵਾਲ ਦਾ ਉੱਤਰ ਬਾਣੀ ਚੋਂ ਲੱਭਾਂਗੇ ਨਾ, ਗੁਰੂ ਜੀ ਕਹਿਣਗੇ ਵੀ ਸਿੱਖਾ, ਜੇ ਸੱਚ ਨਾਲੋਂ ਟੁੱਟ ਗਿਆ, ਤੇਰੀ ਜ਼ਿੰਦਗੀ ਫੰਡਰ ਗਾਂ ਵਰਗੀ ਹੋ ਜਾਏਗੀ। ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਿਹੜੀ ਗਊ ਦੁੱਧ ਨਹੀਂ ਦਿੰਦੀ, ਉਹ ਕਿਸੇ ਕੰਮ ਦੀ ਨਹੀਂ। ਜਿਹੜਾ ਬੰਦਾ ਸੱਚ ਨਾਲੋਂ ਟੁੱਟ ਜਾਏ, ਫੰਡਰ ਗਊ ਵਰਗਾ ਹੈ, ਕਿਸੇ ਕੰਮ ਦਾ ਨਹੀਂ। ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਜਿਵੇਂ ਪਾਣੀ ਤੋਂ ਬਿਨਾਂ ਫਸਲ ਮੁਰਝਾ ਜਾਂਦੀ ਹੈ, ਜੇ ਗੁਰੂ ਦੀ ਬਾਣੀ ਨਾਲੋਂ ਟੁੱਟ ਗਿਆ, ਸੱਚ ਨਾਲੋਂ ਟੁੱਟ ਗਿਆ, ਤੇਰਾ ਜੀਵਨ ਮੁਰਝਾ ਜਾਏਗਾ। ਤੇਰੇ ਜੀਵਨ ਵਿੱਚ ਖੇੜਾ ਨਹੀਂ ਰਹਿਣਾ, ਚੜ੍ਹਦੀ ਕਲਾ ਨਹੀਂ ਰਹਿਣੀ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਏਗਾ, ਚਿੰਤਾਵਾਂ ਦੇ ਵਿੱਚ ਗਰਸਿਆ ਜਾਏਗਾ। ਗੁਰੂ ਜੀ ਕਹਿੰਦੇ ਨੇ, ਜੇ ਸੱਚ ਨਾਲੋਂ ਟੁੱਟ ਗਿਆ ਨਾ, ਜੇ ਘਰ ਹਰ ਕੰਤ ਨਾ ਪ੍ਰਗਟਈ, ਭਾਠ ਨਗਰ ਸੇ ਗ੍ਰਾਮ। ਉਹ ਹਿਰਦਾ, ਉਹ ਸਰੀਰ, ਉਹ ਸਮਾਜ, ਉਹ ਪਰਿਵਾਰ ਭੱਠ ਬਣ ਜਾਏਗਾ ਜਿੱਥੇ ਸੱਚ ਨਹੀਂ ਹੋਏਗਾ। ਤੇਰੀਆਂ ਖੁਸ਼ੀਆਂ ਸੜ ਜਾਣਗੀਆਂ, ਤੇਰੇ ਰਿਸ਼ਤੇ ਨਾਤੇ ਟੁੱਟ ਭੱਜ ਜਾਣਗੇ, ਤੇਰੀ ਜ਼ਿੰਦਗੀ ਵਿੱਚ ਵਿਕਾਰਾਂ ਦੀ ਅੱਗ ਬਲ ਜਾਏਗੀ ਜੇ ਸੱਚ ਨਾਲੋਂ ਟੁੱਟ ਗਿਆ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਸੱਚ ਨਾਲੋਂ ਟੁੱਟ ਗਿਆ, ਤੇਰੇ ਮਿੱਤਰ ਜੰਮ ਬਣ ਜਾਣਗੇ, ਕਾਮ ਕ੍ਰੋਧ ਲੋਭ ਤੈਨੂੰ ਆਣ ਕੇ ਘੇਰ ਲੈਣਗੇ। ਬਾਣੀ ਨਾਲੋਂ ਟੁੱਟਣ ਦਾ ਕਿੰਨਾ ਨੁਕਸਾਨ ਹੋ ਜਾਏਗਾ। ਤੇ ਜੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜਾਂਗੇ, ਫਿਰ ਕੀ ਹੋਏਗਾ? ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਦੁੱਖ ਉਤਰ ਜਾਣਗੇ, ਸੰਤਾਪ ਉਤਰ ਜਾਣਗੇ, ਚਿੰਤਾਵਾਂ ਉਤਰ ਜਾਣਗੀਆਂ। ਗੁਰੂ ਦੀ ਪਾਵਨ ਬਾਣੀ ਪੜ ਕੇ ਬਾਣੀ ਵਰਗਾ ਹੋ ਜਾਏਗਾ। ਇਸੇ ਲਈ ਤਾਂ ਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਗੁਰੂ ਦੇ ਚਾਲ ਤੇ ਚੱਲੋ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਤਾਂ ਗੁਰੂ ਜੀ ਕਹਿੰਦੇ ਨੇ, ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਸੰਤੋ ਦਾ ਮਤਲਬ ਰੱਬ ਦੇ ਪਿਆਰਿਓ, ਰੱਬ ਦੀਆਂ ਕਹਾਣੀਆਂ ਪਾਓ, ਰੱਬ ਦੀ ਸਿਫਤ ਸਲਾਹ ਕਰੋ, ਰੱਬ ਦੇ ਗੀਤ ਗਾਓ। ਤੇ ਜਦੋਂ ਐਵੇਂ ਕਰੋਗੇ, ਫਿਰ ਤੁਹਾਡੀ ਜ਼ਿੰਦਗੀ ਦੇ ਅੰਦਰ ਖੁਸ਼ੀ ਆ ਜਾਏਗੀ ਕਿ ਅਸੀਂ ਪ੍ਰਭੂ ਨੂੰ ਕਿਵੇਂ ਪਾਈਏ। ਤੇ ਜਿਹਨੇ ਪ੍ਰਭੂ ਨੂੰ ਪਾ ਲਿਆ, ਉਹਦੀ ਜ਼ਿੰਦਗੀ ਵਿੱਚ ਬਾਕੀ ਕੋਈ ਇਹ ਚੀਜ਼ ਬਚੇਗੀ ਨਹੀਂ ਕਿ ਜਿਹੜੀ ਨਾ ਮਿਲੇ। ਜਿਹੜੀ ਬੂੰਦ ਸਾਗਰ ਵਿੱਚ ਮਿਲ ਕੇ ਸਾਗਰ ਦਾ ਰੂਪ ਹੋ ਜਾਏ, ਉਹਦੇ ਕੋਲ ਪਿੱਛੇ ਪਾਉਣ ਲਈ ਕੀ ਬਚ ਗਿਆ। ਨਾਨਕ ਭਗਤਾਂ ਸਦਾ ਵਿਗਾਸ। ਰੱਬ ਤਾਂ ਵਿਕਸਿਤ ਹੈ ਤੇ ਉਹਦੇ ਅੰਦਰ ਮਿਲਣ ਵਾਲੇ ਬੰਦੇ ਦੀ ਜ਼ਿੰਦਗੀ ਵਿੱਚ ਚਿੰਤਾ
ਭੋਰਾ ਵੀ ਨਹੀਂ ਰਹਿ ਜਾਏਗੀ, ਉਹ ਖੁਸ਼ੀਆਂ ਦਾ ਘਰ ਬਣ ਜਾਏਗਾ। ਹੁਣ ਅਗਲਾ ਬਚਨ ਦੇਖੋ, ਨਾਲ ਇਹ ਕਹਾਣੀ ਦੱਸ ਕੇ ਨਾ, ਪਾ ਕੇ ਕਹਾਣੀ ਕਿ ਰੱਬ ਨੂੰ ਕਿਵੇਂ ਪਾਇਆ ਜਾਂਦਾ ਹੈ। ਹੁਣ ਅਗਲਾ ਬਚਨ ਕਰ ਰਹੇ ਨੇ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈ, ਇਹਨੂੰ ਚਤੁਰਾਈ ਨਹੀਂ ਪੜਨਾ, ਬਿੰਦੀ ਲਗਾ ਕੇ ਚਤੁਰਾਈ। ਚਤੁਰਾਈ ਦਾ ਮਤਲਬ ਚਤੁਰਾਈਆਂ ਨਾਲ, ਚਲਾਕੀਆਂ ਨਾਲ। ਇਹ ਚੰਚਲ ਮਨ ਚਲਾਕੀਆਂ ਦੇ ਨਾਲ ਕਦੇ ਵੀ ਕਿਸੇ ਨੇ ਆਤਮਕ ਆਨੰਦ ਹਾਸਲ ਨਹੀਂ ਕੀਤਾ। ਚਲਾਕੀਆਂ ਨਾਲ, ਚਲਾਕੀਆਂ ਨਾਲ ਥੋੜੀ ਪਾਇਆ ਜਾਣਾ। ਚਲਾਕੀ ਦੇ ਨਾਲ ਮੈਂ ਤੁਹਾਡੇ ਕੋਲੋਂ 4 ਪੈਸੇ ਠੱਗ ਸਕਦਾ ਹਾਂ, ਤੁਸੀਂ ਮੈਨੂੰ ਠੱਗੀ ਲਾ ਸਕਦੇ ਹੋ, ਠਿੱਬੀ ਲਾ ਸਕਦੇ ਹੋ, ਪਰ ਚਲਾਕੀਆਂ ਰੱਬ ਅੱਗੇ ਥੋੜਾ ਚੱਲਦੀਆਂ ਨੇ। ਰਾਜਨੀਤੀ ਵਿੱਚ ਚਲਾਕੀ ਚੱਲ ਸਕਦੀ ਹੈ। ਕਹਿੰਦੇ ਨੇ ਕਿਸੇ ਵਿਦਵਾਨ ਦੇ ਕੋਲ ਬੱਚੇ ਪੜ੍ਹਦੇ ਸਨ, ਤੇ ਪਹਿਲਾਂ ਆਸ਼ਰਮ ਹੁੰਦੇ ਸਨ ਜੰਗਲਾਂ ਵਿੱਚ। ਬੱਚੇ ਪੜ੍ਹਦੇ ਸਨ ਤੇ 4-5 ਸਾਲ ਉਹਨਾਂ ਨੂੰ ਪੜ੍ਹਦਿਆਂ ਹੋ ਗਏ, ਉਹਨਾਂ ਦੀ ਸਿੱਖਿਆ ਖਤਮ ਹੋ ਗਈ, ਉਹਨਾਂ ਦੇ ਪੇਪਰ ਲੈ ਲਏ ਗਏ। ਰਾਜਨੀਤੀ ਦਾ ਪੇਪਰ, ਗਣਿਤ ਦਾ, ਦੂਜੇ ਤੀਜੇ ਸਾਰੇ ਪੇਪਰ ਉਹਨਾਂ ਦੇ ਲੈ ਕੇ ਉਹਨਾਂ ਨੂੰ ਪਾਸ ਕਰ ਦਿੱਤਾ ਗਿਆ। ਤੇ ਬੱਚਿਆਂ ਨੂੰ ਕਿਹਾ ਕਿ ਅੱਜ ਸ਼ਾਮ ਨੂੰ ਤੁਸੀਂ ਆਪਣੇ ਆਪਣੇ ਘਰ ਜਾ ਸਕਦੇ ਹੋ। ਬੱਚਿਆਂ ਨੇ ਦੁਪਹਿਰ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਧਰੋਂ ਸ਼ਾਮ ਪੈ ਗਈ ਤੇ ਸ਼ਾਮ ਨੂੰ ਉਹਨਾਂ ਨੂੰ ਕਿਹਾ ਕਿ ਸਾਰੇ ਚਲੇ ਜਾਓ। ਹੁਣ ਨਗਰ ਵੱਲ ਜਾਣ ਵਾਸਤੇ ਰਾਸਤੇ 'ਚ ਇੱਕ ਜੰਗਲ ਸੀ, ਜੰਗਲ ਚੋਂ ਲੰਘਣਾ ਸੀ ਤੇ ਬੱਚੇ ਜਲਦੀ ਜਲਦੀ ਜਾ ਰਹੇ ਸਨ ਕਿ ਜੇ ਹਨੇਰਾ ਹੋ ਗਿਆ ਤੇ ਜੰਗਲ ਦੇ ਵਿੱਚ ਕੋਈ ਜੰਗਲੀ ਜਾਨਵਰ ਜਾਂ ਲੁਟੇਰਾ ਮਿਲ ਸਕਦਾ, ਇਸ ਕਰਕੇ ਹਨੇਰਾ ਪੈਣ ਤੋਂ ਪਹਿਲੋਂ ਜੰਗਲ ਚੋਂ ਲੰਘ ਜਾਈ। ਬੱਚੇ ਤੁਰੇ ਜਾ ਰਹੇ ਸਨ ਤੇ ਨਾਲ ਸੋਚ ਰਹੇ ਸਨ ਕਿ ਯਾਰ ਮਾਸਟਰ ਜੀ ਨੇ ਸਾਡਾ ਇਤਿਹਾਸ ਦਾ ਪੇਪਰ ਲੈ ਲਿਆ, ਮੈਥ ਦਾ ਪੇਪਰ ਲੈ ਲਿਆ, ਰਾਜਨੀਤੀ ਦਾ ਪੇਪਰ ਲੈ ਲਿਆ, ਸਮਾਜ ਦਾ ਸ਼ਾਸਤਰ ਦਾ ਪੇਪਰ ਲੈ ਲਿਆ, ਧਰਮ ਦਾ ਪੇਪਰ ਤੇ ਲਿਆ ਹੀ ਨਹੀਂ। ਪੜ੍ਹਾਉਂਦਾ ਤੇ ਸਾਰਾ ਸਾਲ ਰਿਹਾ ਹੈ। ਧਰਮ ਦਾ ਪੇਪਰ ਨਹੀਂ, ਘਰਦਿਆਂ ਨੂੰ ਜਾ ਕੇ ਕੀ ਦੱਸਾਂਗੇ ਵੀ ਧਰਮ ਦੇ ਪੇਪਰ ਸਾਡੇ ਨੰਬਰ ਕਿੰਨੇ ਆਏ। ਖੈਰ ਉਹਨਾਂ ਨੇ ਕਿਹਾ ਨਹੀਂ ਲਿਆ ਤੇ ਨਾ। ਤੁਰੇ ਜਾ ਰਹੇ ਸਨ, ਅੱਗੇ ਜਾ ਕੇ ਦੇਖਿਆ ਰਾਸਤੇ ਦੇ ਵਿੱਚ ਕੰਡੇ ਖਿਲ ਰਹੇ ਸਨ ਬਹੁਤ ਸਾਰੇ, ਪੂਰੇ ਰਾਸਤੇ ਦੇ ਵਿੱਚ ਕੰਡੇ ਹੀ ਕੰਡੇ ਸਨ। ਬੱਚਿਆਂ ਨੇ ਵੇਖਿਆ ਵੀ ਇੱਥੋਂ ਲੰਘਣਾ ਤੇ ਬੜਾ ਔਖਾ ਹੈ, ਤੇ ਇੱਕ ਬੱਚਾ ਕਹਿਣ ਲੱਗਾ ਅਸੀਂ ਇੰਜ ਕਰੀਏ ਵੀ ਰਾਸਤਾ ਸਾਫ਼ ਕਰ ਦਈਏ, ਆਪਾਂ ਲੱਗਦੇ ਆ ਕੰਡੇ ਪਾਸੇ ਕਰਨੇ ਆ ਤੇ ਰਾਹ ਸਾਫ਼ ਹੋ ਜਾਏਗਾ। ਉਹ ਪਾਸੇ ਕਰਨ ਲੱਗ ਗਿਆ। ਦੂਜੇ ਬੱਚੇ ਕਹਿਣ ਲੱਗੇ ਪਾਗਲ ਹੈ, ਇਹ ਤੇ ਸਾਫ਼ ਕਰਦਿਆਂ ਕਿਲੋਮੀਟਰ 1.5 ਕਿਲੋਮੀਟਰ ਤੱਕ ਕੰਡੇ ਖਿਲ ਰਹੇ ਨੇ, ਸਾਰੀ ਰਾਤ ਲੱਗ ਜਾਣੀ ਹੈ। ਰਾਤ ਨੂੰ ਇੱਥੇ ਕੋਈ ਸ਼ੇਰ ਬਘੇਲਾ ਆਣ ਕੇ ਪਾੜ ਦੇਗਾ, ਕੋਈ ਡਾਕੂ ਲੁਟੇਰਾ ਆ ਜਾਏਗਾ, ਅਸੀਂ ਮਰਨਾ ਹੈ। ਅਸੀਂ ਸਾਈਡ ਚੋਂ ਹੋ ਕੇ ਲੰਘ ਜਾਂਦੇ ਆ। ਉਹਨਾਂ ਬੱਚਿਆਂ ਨੇ ਸਾਈਡ ਤੋਂ ਹੋ ਕੇ ਲੰਘਣਾ ਸ਼ੁਰੂ ਕਰ ਦਿੱਤਾ। ਉਹ ਬੱਚੇ ਲੰਘ ਗਏ। ਇੱਕ ਬੱਚਾ ਉਹਨਾਂ ਕੰਡਿਆਂ ਨੂੰ ਹਟਾਉਣ ਲੱਗ ਗਿਆ ਤੇ ਕਹਿਣ ਲੱਗਾ ਮੈਂ ਤੇ ਕੰਡੇ ਹਟਾਵਾਂਗਾ, ਰਾਸਤਾ ਸਾਫ਼ ਕਰਾ। ਤੇ ਕਹਿਣ ਲੱਗਾ ਕੱਲੇ ਨੂੰ ਤੇ ਬਹੁਤ ਟਾਈਮ ਲੱਗੇਗਾ, ਹਨੇਰਾ ਪੈ ਗਿਆ। ਫਿਰ ਕਹਿੰਦਾ ਹਨੇਰਾ ਪੈ ਗਿਆ, ਮੈਂ ਰੁੱਖ ਦੇ ਉੱਤੇ ਚੜ੍ਹ ਕੇ ਪਵਾਂਗਾ। ਜੇ ਕੋਈ ਰਾਤ ਨੂੰ ਮੁਸਾਫਿਰ ਆਇਆ ਤੇ ਉਹਨੂੰ ਆਵਾਜ਼ ਮਾਰ ਕੇ ਕਹਾਂਗਾ ਕਿ ਰਾਸਤੇ ਵਿੱਚ ਕੰਡੇ ਨੇ, ਵੀ ਸਾਈਡ ਤੋਂ ਹੋ ਕੇ ਲੰਘ। ਸਵੇਰ ਹੋਵੇਗੀ ਫਿਰ ਮੈਂ ਕੰਡੇ ਚੁਕਾਂਗਾ, ਰਾਸਤੇ ਨੂੰ ਸਾਫ਼ ਕਰਕੇ ਹੀ ਮੈਂ ਘਰ ਜਾਵਾਂ। ਉਹ ਬੱਚੇ ਜਦੋਂ ਲੰਘਣ ਲੱਗੇ ਨਾ ਤੇ ਉਹ ਬੱਚਾ ਕੰਡੇ ਚੁਗਣ ਲੱਗ ਗਿਆ। ਉੱਥੋਂ ਮਾਸਟਰ ਸੀ ਲੁਕਿਆ, ਉਹਨੇ ਆਵਾਜ਼ ਮਾਰ ਲਈ, ਕਹਿੰਦਾ ਸਾਰੇ ਬੱਚੇ ਵਾਪਸ ਆ ਜਾਓ। ਕਹਿੰਦਾ ਇਹ ਤੁਹਾਡਾ ਧਰਮ ਦਾ ਪੇਪਰ ਸੀ, ਤੁਸੀਂ ਕਹਿ ਰਹੇ ਸੋ ਨਾ ਕਿ ਧਰਮ ਦਾ ਪੇਪਰ ਨਹੀਂ ਲਿਆ, ਇਹ ਕੰਡੇ ਮੈਂ ਹੀ ਖਿਲਾਰੇ ਸਨ। ਧਰਮ ਦਾ ਪੇਪਰ ਕਾਗਜ਼ਾਂ ਦੇ ਉੱਤੇ ਨਹੀਂ ਹੁੰਦਾ ਲਿਖ ਕੇ, ਧਰਮ ਦੇ ਪੇਪਰ ਵਿੱਚ ਕੁਝ ਕਰਨਾ ਹੁੰਦਾ ਹੈ, ਤੇ ਧਰਮ ਦੇ ਪੇਪਰ ਦੇ ਵਿੱਚੋਂ ਇੱਕ ਬੱਚਾ ਹੀ ਪਾਸ ਹੋਇਆ ਹੈ। ਤੁਸੀਂ ਜਾਣਾ ਚਾਹੋ ਜਾ ਸਕਦੇ ਹੋ, ਰਾਜਨੀਤੀ ਵਿੱਚ ਤੁਸੀਂ ਪਾਸ ਹੋ, ਤੁਸੀਂ ਚੰਗੇ ਰਾਜਨੀਤਿਕ ਬਣ ਜਾਓਗੇ। ਰਾਜਨੀਤੀ ਦੇ ਵਿੱਚ ਹੁੰਦਾ ਹੀ ਇਹ ਹੈ ਕਿ ਦੂਜੇ ਦੇ ਰਾਹਾਂ ਵਿੱਚ ਕੰਡੇ ਖਿਲਾਰ ਕੇ ਆਪ ਅੱਗੇ ਲੰਘ ਜਾਓ। ਤੁਸੀਂ ਠੱਗੀ ਮਾਰ ਸਕਦੇ ਹੋ, ਚਲਾਕੀਆਂ ਕਰ ਸਕਦੇ ਹੋ, ਅੱਗੇ ਲੰਘ ਜਾਓਗੇ। ਲੇਕਿਨ ਧਰਮ ਦੇ ਪੇਪਰ ਵਿੱਚ ਇੱਕ ਹੀ ਬੱਚਾ ਪਾਸ ਹੋਇਆ। ਧਰਮ ਇਹੀ ਹੈ ਕਿ ਦੂਜਿਆਂ ਦੇ ਰਾਹਾਂ ਦੇ ਕੰਡੇ ਵੀ ਚੁਗਣੇ। ਠੀਕ ਹੈ ਨਾ। ਚਤਰਾਈਆਂ ਦੇ ਨਾਲ ਤੁਸੀਂ ਪੈਸਾ ਕਮਾ ਸਕਦੇ ਹੋ ਦੂਜੇ ਤੋਂ ਜ਼ਿਆਦਾ, ਦੂਜੇ ਨੂੰ ਠਿੱਬੀ ਮਾਰ ਕੇ ਅੱਗੇ ਲੰਘ ਸਕਦੇ ਹੋ, ਰੱਬ ਨੂੰ ਨਹੀਂ ਪਾ ਸਕਦੇ, ਖੁਸ਼ੀ ਨਹੀਂ ਪਾ ਸਕਦੇ, ਆਨੰਦ ਹਾਸਲ ਨਹੀਂ ਕਰ ਸਕਦੇ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਕਿ ਇਹ ਮੇਰੇ ਚੰਚਲ ਔਰ ਭਟਕਦੇ ਹੋਏ ਮਨਾ, ਚਤੁਰਾਈਆਂ ਦੇ ਨਾਲ ਕਿਸੇ ਨੇ ਆਤਮਕ ਆਨੰਦ ਨਹੀਂ ਪਾਇਆ। ਤੇ ਚਤੁਰਾਈਆਂ ਕੀ ਨੇ?
ਅੰਦਰੋਂ ਹੋਰ ਹੋਣਾ, ਬਾਹਰੋਂ ਹੋਰ ਹੋਣਾ। ਇਹ ਚਤੁਰਾਈਆਂ ਨੇ। ਕਹਿਣਾ ਹੋਰ, ਕਰਨਾ ਕੁਛ ਹੋਰ। ਇਸ ਸੰਸਾਰ ਦੇ ਵੱਲ ਅਸੀਂ ਝਾਤ ਮਾਰੀਏ ਤਾਂ ਧਰਮ ਦੀਆਂ ਕਿੰਨੀਆਂ ਗੱਲਾਂ ਹੋ ਰਹੀਆਂ ਨੇ। ਗੁਰਦੁਆਰੇ ਸਾਹਿਬਾਨ ਨੇ, ਮੰਦਿਰ ਨੇ, ਮਸੀਤਾਂ ਨੇ, ਸਤਸੰਗ ਭਵਨ ਨੇ, ਗਿਰਜੇ ਨੇ, ਟੀਵੀ ਚੈਨਲ ਚੱਲ ਰਹੇ ਨੇ, WhatsApp ਤੇ ਮੈਸੇਜ ਨਿਰੇ ਆ ਰਹੇ ਨੇ, Facebook ਤੇ ਧਰਮ ਦਾ ਪ੍ਰਚਾਰ ਹੋ ਰਿਹਾ ਹੈ, YouTube ਦੇ ਉੱਤੇ ਭਰੇ ਪਏ ਨੇ ਮਤਲਬ ਵੀਡੀਓਜ਼, ਕਿੰਨਾ ਧਰਮ ਦਾ ਪ੍ਰਚਾਰ ਹੋ ਰਿਹਾ। ਪਰ ਜ਼ਿੰਦਗੀ ਦੇ ਵਿੱਚ ਕਿਤੇ ਧਰਮ ਦਿਸਦਾ ਹੈ? ਕੋਟਨ ਮੈਂ ਨਾਨਕ ਕੋ ਵਿਰਲੇ ਵਿਰਲੇ ਹੈ ਨੇ ਚੰਗੇ ਬੰਦੇ, ਹੈਨ ਵਿਰਲੇ ਨਾਹੀਂ ਕਣੇ। ਤਾਂ ਗੱਲਾਂ ਦੇ ਨਾਲ ਥੋੜਾ ਮਿਲਦਾ, ਚਤੁਰਾਈਆਂ ਦੇ ਨਾਲ ਥੋੜੇ ਮਿਲਦਾ ਹੈ। ਅੰਦਰੋਂ ਹੋਰ ਔਰ ਬਾਹਰੋਂ ਹੋਰ ਹੋਣ ਦੇ ਨਾਲ ਆਤਮਿਕ ਜੀਵਨ ਨਹੀਂ ਮਿਲਦਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਹੁਣ ਦੁਬਾਰਾ ਫਿਰ ਕਹਿ ਰਹੇ ਨੇ, ਚਤੁਰਾਈ ਨਾ ਪਾਇਆ ਕਿਨੇ, ਇੱਥੇ ਵਿਸ਼ਰਾਮ ਲਗਾਣਾ ਹੈ। ਤੂੰ ਸੁਣ ਮਨ ਮੇਰਿਆ। ਦੁਬਾਰਾ ਫਿਰ ਕਹਿ ਰਹੇ ਨੇ ਕਿ ਮੇਰੇ ਮਨਾ ਸੁਣ, ਚਤੁਰਾਈਆਂ ਦੇ ਨਾਲ ਕਿਸੇ ਨਹੀਂ ਪਾਇਆ। ਸੰਸਾਰ ਦਾ ਇਤਿਹਾਸ ਵੇਖ ਲੈ, ਅੱਜ ਦੇ ਸਮੇਂ ਦੇ ਅੰਦਰ ਜੋ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਝਾਤ ਮਾਰ ਕੇ ਵੇਖ ਲੈ, ਕਿਸੇ ਨੇ ਪਾਇਆ ਨਹੀਂ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਮਨਾ ਤੂੰ ਕਿਵੇਂ ਪਾ ਲਵੇਂਗਾ? ਜੇ ਤੁਸੀਂ ਸਾਰੇ ਕਲਾਸ ਵਾਲੇ ਚਲਾਕੀਆਂ ਦੇ ਨਾਲ ਰੱਬ ਨੂੰ ਨਹੀਂ ਪਾ ਸਕੇ ਤਾਂ ਮੈਂ ਕਿਵੇਂ ਪਾ ਸਕਾਂਗਾ? ਤੇ ਜੇ ਮੈਂ ਚਲਾਕੀਆਂ ਕਰਕੇ ਨਹੀਂ ਪਾ ਸਕਿਆ ਤੇ ਤੁਸੀਂ ਕਿਵੇਂ ਪਾ ਸਕੋਗੇ? ਮੇਰੇ ਮਾਂ-ਬਾਪ ਚਲਾਕੀਆਂ ਕਰ ਕਰਕੇ ਰੱਬ ਨੂੰ ਨਹੀਂ ਪਾ ਸਕੇ ਤੇ ਮੈਂ ਕਿਵੇਂ ਪਾ ਲਵਾਂਗਾ? ਮੈਂ ਨਹੀਂ ਪਾ ਸਕਿਆ, ਮੇਰੇ ਬੱਚੇ ਅੱਗੋਂ ਕਿਵੇਂ ਪਾ ਲੈਣਗੇ? ਕੋਈ ਵੀ ਨਹੀਂ ਪਾ ਸਕਦਾ, ਚਲਾਕੀਆਂ ਦੇ ਨਾਲ ਨਹੀਂ। ਇਸ ਲਈ ਭੋਲੇ ਭਾਏ ਮਿਲੇ ਰਘੁਰਾਇਆ। ਭੋਲਾ ਭਾ, ਸੱਚ। ਭੋਲੇ ਭਾ ਦਾ ਮਤਲਬ ਪਾਗਲਪਣਾ ਨਹੀਂ ਹੈ, ਅਗਿਆਨਤਾ ਨਹੀਂ ਹੈ। ਪੂਰੇ ਗਿਆਨ ਦੇ ਚਾਨਣੇ ਦੇ ਅੰਦਰ ਅੰਦਰੋਂ ਬਾਹਰੋਂ ਸੱਚ ਹੋਣ ਦਾ ਮਤਲਬ ਭੋਲਾ ਭਾ ਹੈ। ਤੂੰ ਸੁਣ ਮਨ ਮੇਰਿਆ। ਅਗਲਾ ਬਚਨ ਕਰਦੇ ਨੇ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਏਤ ਭਰਮ ਦਾ ਮਤਲਬ ਇਸ ਭੁਲੇਖੇ ਦੇ ਵਿੱਚ, ਇਹ ਮਾਇਆ ਜਿਹੜੀ ਹੈ ਬੜੀ ਮੋਹਣੀ ਹੈ, ਮਨ ਨੂੰ ਮੋਹ ਲੈਣ ਵਾਲੀ ਹੈ। ਮਾਇਆ, ਮਾਇਆ ਮਨ ਨੂੰ ਮੋਹ ਲੈਣ ਵਾਲੀ। ਤੇ ਯਾਦ ਰੱਖਣਾ, ਮਾਇਆ ਦੀ ਜੋ ਵਿਆਖਿਆ ਹੈ ਉਹ ਬਹੁਤ ਗਲਤ ਢੰਗ ਦੇ ਨਾਲ ਕੀਤੀ ਗਈ ਹੈ। ਅਸੀਂ ਮਾਇਆ ਸ਼ਬਦ ਤਾਂ ਲੈ ਲਿਆ ਗੁਰਬਾਣੀ ਚੋਂ, ਤੇ ਅਰਥ ਇਹਦਾ ਹੋਰ ਧਰਮਾਂ ਦੇ ਵਿੱਚੋਂ ਕਰ ਦਿੱਤਾ, ਅਰਥ ਬਾਹਰ ਦਾ ਕਰ ਦਿੱਤਾ, ਡੈਫੀਨੇਸ਼ਨ ਕੋਈ ਹੋਰ ਲੈ ਲਈ। ਤਾਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਅਸੀਂ ਗੁਰਮਤ ਤੋਂ ਉਲਟ ਪ੍ਰਚਾਰ ਕੀਤਾ। ਰੀਜਨ ਕੀ ਸ਼ਬਦ ਤੇ ਗੁਰਬਾਣੀ ਚੋਂ ਲਿਆ ਤੇ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹ ਕਿਸੇ ਹੋਰ ਦੀ ਲੈ ਲਈ। ਤਾਂ ਇਹਦਾ ਮਤਲਬ ਅਸੀਂ ਪ੍ਰਚਾਰ ਕਿਸੇ ਹੋਰ ਦਾ ਕਰ ਰਹੇ। ਹੁਣ ਆਮ ਜਿਹੜਾ ਬੰਦਾ ਹੈ ਉਹ ਮਾਇਆ ਪੈਸੇ ਨੂੰ ਕਹਿ ਦਿੰਦਾ ਹੈ। ਕਈਆਂ ਨੇ ਔਰਤ ਨੂੰ ਮਾਇਆ ਕਿਹਾ ਹੈ, ਔਰਤ ਨੂੰ ਨਾਗਨ ਔਰ ਉਡਾਇਨ ਤੱਕ ਕਹਿ ਦਿੱਤਾ ਹੈ, ਨਰਕ ਦਾ ਦੁਆਰ ਤੱਕ ਕਹਿ ਦਿੱਤਾ ਹੈ, ਚੈਤਨ ਮਾਇਆ ਕਿਹਾ ਹੈ। ਤੇ ਇਹ ਜਿਹੜੀ ਮਾਇਆ ਹੈ, ਬਾਕੀ ਦੀ ਜਿਹੜੀ ਹੈ ਧਨ ਦੌਲਤ ਪ੍ਰੋਪਰਟੀ, ਇਹਨੂੰ ਜੜ ਮਾਇਆ ਕਿਹਾ ਹੈ। ਗੁਰਬਾਣੀ ਜਿਹੜੀ ਹੈ ਮਾਇਆ ਨੂੰ ਜਾਂ ਧਨ ਨੂੰ ਮਾਇਆ ਨਹੀਂ ਮੰਨਦੀ। ਮਾਇਆ ਇੱਕ ਸੋਚ ਦਾ ਨਾਮ ਹੈ। ਆਨੰਦ ਸਾਹਿਬ ਦੇ ਵਿੱਚ ਅੱਗੇ ਚੱਲ ਕੇ ਅਸੀਂ ਪੜਾਂਗੇ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਉਹ ਸੋਚ ਦਾ ਨਾਮ ਹੈ ਜਿਹੜੀ ਸੋਚ ਕਰਕੇ ਸਾਨੂੰ ਰੱਬ ਦੇ ਗੁਣ ਭੁੱਲ ਜਾਂਦੇ ਨੇ, ਜਿਹੜੀ ਸੋਚ ਕਰਕੇ ਮੈਨੂੰ ਇਹ ਭੁੱਲ ਜਾਂਦਾ ਵੀ ਤੁਸੀਂ ਸਾਹਮਣੇ ਬੈਠੇ ਰੱਬ ਨਹੀਂ ਹੋ, ਜਿਹੜੀ ਸੋਚ ਮੈਨੂੰ ਤੁਹਾਡੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਉਹ ਸੋਚ ਮਾਇਆ ਹੈ। ਮੋਹ ਉਪਜੈ ਉਹ ਸੋਚ ਜਿਹਦੇ ਕਰਕੇ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਹੁੰਦੀ ਹੈ, ਸਵਾਰਥ ਪੈਦਾ ਹੁੰਦਾ ਹੈ। ਭਾਉ ਦੂਜਾ ਲਾਇਆ, ਸੱਚ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ ਪੈਦਾ ਹੁੰਦਾ ਹੈ। ਉਸ ਸੋਚ ਨੂੰ ਮਾਇਆ ਕਹਿੰਦੇ। ਤੇ ਗੁਰੂ ਜੀ ਕਹਿੰਦੇ ਨੇ, ਇਹ ਮਾਇਆ ਮੋਹਣੀ, ਇਹ ਸੋਚ ਬੜੀ ਮੋਹ ਲੈਣ ਵਾਲੀ ਹੈ। ਹਰ ਇੱਕ ਦੇ ਮਨ ਨੂੰ ਇਹ ਸੋਚ ਨੇ ਮੋਹਿਆ ਹੋਇਆ ਹੈ। ਆਪਣੀ ਸਿਫਤ ਕਰਨੀ ਕਿੰਨੀ ਚੰਗੀ ਲੱਗਦੀ, ਮੈਨੂੰ ਸੁੱਖ ਮਿਲੇ ਕਿੰਨਾ ਚੰਗਾ ਲੱਗਦਾ, ਮੈਨੂੰ ਇੱਜ਼ਤ ਮਾਨ ਮਿਲੇ ਕਿੰਨਾ ਚੰਗਾ ਲੱਗਦਾ, ਤੇ ਦੂਜਿਆਂ ਦੀ ਬੇਇੱਜ਼ਤੀ ਕਰਕੇ ਖੁਸ਼ੀ ਮਿਲਦੀ, ਦੂਜਿਆਂ ਦੇ ਨਾਲ ਰੱਬ ਵਰਗਾ ਵਿਹਾਰ ਕਰਕੇ ਖੁਸ਼ੀ ਨਾ ਮਿਲ ਰਹੀ। ਤਾਂ ਉਹ ਸੋਚ ਜੋ ਸਾਨੂੰ ਰੱਬ ਨਾਲੋਂ ਤੋੜਦੀ ਹੈ, ਜੋ ਸਾਡੇ ਅੰਦਰ ਸਵਾਰਥ ਪੈਦਾ ਕਰਦੀ ਹੈ,
ਜੋ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਬੜੀ ਮੋਹ ਲੈਣ ਵਾਲੀ ਹੈ ਦੁਨੀਆ ਦੀ। ਦੁਨੀਆ ਨੂੰ ਇਹਨੇ ਮੋਹਿਆ ਹੋਇਆ ਹੈ, ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ। ਜਿਨ ਏਤ ਭਰਮ ਭੁਲਾਇਆ, ਜਿਸ ਸੋਚ ਨੇ ਇਸ ਭੁਲੇਖੇ ਦੇ ਅੰਦਰ ਜੀਵਾਂ ਨੂੰ ਪਾਇਆ ਹੋਇਆ ਹੈ, ਜਿਨਨੇ ਇਹਨੂੰ ਕੁਰਾਏ ਪਾਇਆ ਹੋਇਆ ਹੈ, ਜਿਸ ਨੇ ਇਸ ਨੂੰ ਇਸ ਲਪੇਟ ਵਿੱਚ ਲੈ ਲਿਆ ਕਿ ਵਿਕਾਰਾਂ ਦੇ ਵਿੱਚੋਂ ਹੀ ਸੁੱਖ ਮਿਲ ਸਕਦਾ ਹੈ। ਈਰਖਾ ਦਵੇਸ਼ ਚੋਂ, ਧਾਰਮਿਕ ਵਿਤਕਰਿਆਂ ਚੋਂ, ਮੇਰ ਤੇਰ ਦੇ ਵਿਤਕਰਿਆਂ ਚੋਂ ਸੁੱਖ ਮਿਲ ਸਕਦਾ ਹੈ। ਭਰਮ ਦੇ ਵਿੱਚ ਹੀ ਬੰਦਾ ਭੁੱਲਿਆ ਨਾ, ਭਰਮ ਦੇ ਵਿੱਚ ਹੀ ਭਟਕ ਰਿਹਾ ਨਾ ਕਿ ਇਹਨਾਂ ਕੰਮਾਂ ਵਿੱਚੋਂ ਮੈਨੂੰ ਸੁੱਖ ਮਿਲ ਜਾਏਗਾ। ਇਸ ਸੋਚ ਨੇ ਸਾਰੀ ਦੁਨੀਆ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ, ਇਹਨੇ ਬੰਦੇ ਨੂੰ ਭਟਕਣਾ ਵਿੱਚ ਪਾਇਆ ਹੋਇਆ ਹੈ। ਇਸ ਸੋਚ ਕਰਕੇ ਅਸੀਂ ਗੁਰੂ ਗਿਆਨ ਦੇ ਨਾਲੋਂ ਟੁੱਟੇ ਹੋਏ ਹਾਂ। ਇਸ ਸੋਚ ਕਰਕੇ ਬੰਦਾ ਸੱਚ ਨਾਲੋਂ ਟੁੱਟਿਆ ਹੋਇਆ ਹੈ। ਇਸ ਸੋਚ ਕਰਕੇ ਹੀ ਬੰਦੇ ਦੇ ਅੰਦਰ ਵਿਸ਼ਾਲਤਾ ਨਹੀਂ ਹੈ, ਇਹ ਆਪਣੀਆਂ ਖੁਸ਼ੀਆਂ ਤੋਂ ਵਾਂਝਾ ਹੈ। ਜਦੋਂ ਕਿ ਮਨ ਤੋਂ ਜੋਤ ਸਰੂਪ ਹੈ, ਹਰ ਇਨਸਾਨ ਰੱਬ ਦਾ ਰੂਪ ਹੈ। ਹਰ ਇਨਸਾਨ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਸਤ ਸੰਤੋਖ ਆਦਿ ਗੁਣ ਸਾਡੇ ਸਾਰਿਆਂ ਵਿੱਚ ਹੈ ਨੇ ਨਾ, ਅਸੀਂ ਰੋਜ਼ ਇਹ ਵਿਚਾਰਾਂ ਕਰ ਰਹੇ ਹਾਂ। ਲੇਕਿਨ ਇਹ ਸੋਚ ਕਰਕੇ ਅਸੀਂ ਉਹਨਾਂ ਗੁਣਾਂ ਨੂੰ ਵਰਤ ਨਹੀਂ ਰਹੇ। ਜਿਨ ਏਤ ਭਰਮ ਭੁਲਾਇਆ, ਤੇ ਅਗਲਾ ਬਚਨ ਗੁਰੂ ਜੀ ਕਰਦੇ ਨੇ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ। ਹੁਣ ਇਸ ਬੰਦੇ ਨੇ ਜਿਨਨੇ ਰੱਬ ਨੇ ਪੈਦਾ ਕੀਤਾ ਹੈ, ਮਾਇਆ ਦੀ ਜਿਹੜੀ ਸੋਚ ਹੈ ਉਸ ਰੱਬੀ ਹੁਕਮ ਦੇ ਵਿੱਚ ਹੀ ਹੈ। ਜਿਸ ਹੁਕਮ ਦੇ ਵਿੱਚ ਇਹਨੂੰ ਇਹ ਠਗੋਲੀ ਦਾ ਮਤਲਬ ਠਗਮੂਰੀ ਬੂਟੀ, ਜਿਵੇਂ ਮੁਸਾਫਿਰ ਸਫ਼ਰ ਕਰਦੇ ਸਨ ਨਾ ਪਹਿਲਾਂ ਪੈਦਲ, ਘੋੜਿਆਂ ਤੇ, ਗੱਡਿਆਂ ਤੇ ਰਾਹ ਦੇ ਵਿੱਚ ਕਈ ਥਾਵਾਂ ਤੇ ਧਰਮਸ਼ਾਲਾ ਜਾਂ ਰੁਕਣ ਵਾਸਤੇ ਥਾਵਾਂ ਬਣੀਆਂ ਸਨ, ਤੇ ਉੱਥੇ ਕਈ ਵਾਰ ਠੱਗਾਂ ਨੇ ਆ ਜਾਣਾ ਤੇ ਕੋਈ ਬੂਟੀ ਉਹਨੂੰ ਸੁੰਘਾਣੀ, ਜਿਹਦੇ ਨਾਲ ਬੰਦੇ ਨੂੰ ਨੀਂਦ ਆ ਜਾਣੀ, ਬੇਹੋਸ਼ ਹੋ ਜਾਣਾ, ਤੇ ਉਹਦਾ ਸਾਰਾ ਕੁਝ ਲੁੱਟ ਲੈਂਦੇ ਸਨ। ਅੱਜ ਕੱਲ ਵੀ ਐਸੀਆਂ ਘਟਨਾਵਾਂ ਅਸੀਂ ਦੇਖਦੇ ਹਾਂ, ਕਿਸੇ ਨੇ ਬੇਹੋਸ਼ੀ ਵਾਲੀ ਚੀਜ਼ ਸੁੰਘਾ ਕੇ ਤੇ ਉਹਨੂੰ ਲੁੱਟ ਲਿਆ। ਅੱਜ ਕੱਲ ਲੁੱਟਣ ਦੇ ਢੰਗ ਹੋਰ ਨੇ। ਅੱਜ ਕੱਲ ਬੈਂਕ ਖਾਤੇ ਨੇ ਤਾਂ ਬੰਦਾ ਕੰਪਿਊਟਰ ਦੇ ਉੱਤੇ ਹੀ ਕਿਸ ਦਾ ਖਾਤਾ ਹੈਕ ਕਰ ਲਿਆ ਜਾਂ ਕੁਛ ਕਰ ਲਿਆ, ਤਾਂ ਇਹ ਗੱਲ ਹੈਗੀ ਇਹ ਠੱਗੀ ਲਾਉਣ। ਇਹ ਮਾਇਆ ਮੋਹਣੀ ਜਿਹੜੀ ਹੈ ਨਾ, ਇਹਨੇ ਜੀਵ ਨੂੰ ਠਗਮੂਰੀ ਬੂਟੀ ਪਾਈ ਹੋਈ। ਬੰਦਾ ਬੇਹੋਸ਼ ਹੈ, ਯਾਨੀ ਸੁਚੇਤ ਨਹੀਂ। ਬੇਹੋਸ਼ ਦਾ ਮਤਲਬ ਇਹ ਨਹੀਂ ਕਿ ਇਹਨੂੰ ਹੋਸ਼ ਨਹੀਂ ਹੈ, ਬਾਕੀ ਠੱਗੀਆਂ ਮਾਰਨ ਦੀ ਇਹਨੂੰ ਹੋਸ਼ ਹੈ ਪੂਰੀ, ਬਿਲਕੁਲ ਐਨ ਖਬਰਦਾਰ ਹੋ ਕੇ, ਪੂਰੇ ਕੌਨਸ਼ੀਅਸ ਹੋ ਕੇ ਇਹ ਠੱਗੀਆਂ ਮਾਰਦਾ ਹੈ, ਚਲਾਕੀਆਂ ਕਰਦਾ ਹੈ, ਤੇ ਇੰਨੇ ਤਰੀਕੇ ਦੇ ਨਾਲ ਕਰਦਾ ਹੈ ਕਿ ਦੂਜੇ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਵੀ ਕਦੋਂ ਉਹਦਾ ਬੇੜਾ ਗਰਕ ਕਰ ਦਿੰਦਾ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਨਸਾਨੀਅਤ ਵੱਲੋਂ ਤੇ ਬੇਖਬਰ ਹੈ। ਇਸ ਸੋਚ ਨੇ ਹਰ ਮਨੁੱਖ ਨੂੰ ਇਨਸਾਨੀਅਤ ਵੱਲੋਂ, ਖੁਸ਼ੀ ਵੱਲੋਂ ਵਾਂਝਾ ਰੱਖਿਆ ਹੋਇਆ ਹੈ। ਕਿਉਂਕਿ ਜਦੋਂ ਇਸ ਨਸ਼ੇ ਦੇ ਵਿੱਚ ਹੈ, ਵਿਕਾਰਾਂ ਦੇ ਨਸ਼ੇ ਵਿੱਚ, ਮੇਰ ਤੇਰ ਦੇ ਨਸ਼ੇ ਦੇ ਅੰਦਰ, ਜਾਂ ਦੂਜਿਆਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਦੇ ਵਿੱਚ, ਤਾਂ ਇਹ ਨਸ਼ਾ ਹੀ ਹੈ, ਬੇਹੋਸ਼ੀ ਹੋਈ ਹੈ ਨਾ। ਬੰਦਾ ਕੌਡੀਆਂ ਦੇ ਭਾਅ ਆਪਣੀ ਜ਼ਿੰਦਗੀ ਨੂੰ ਰੋੜ ਰਿਹਾ ਹੈ, ਜਦੋਂ ਕਿ ਇਹਦਾ ਜੀਵਨ ਹੀਰਿਆਂ ਵਰਗਾ ਹੈ। ਹੀਰੇ ਜੈਸਾ ਜਨਮ ਹੈ। ਸਤ ਸੰਤੋਖ ਦਇਆ ਧਰਮ ਇਹ ਹੀਰੇ ਨੇ ਨਾ, ਇਹਨਾਂ ਦੀ ਅਸੀਂ ਵਰਤੋਂ ਕਰ ਸਕਦੇ ਹਾਂ, ਸਾਡੇ ਅੰਦਰ ਮੌਜੂਦ ਨੇ। ਪਰ ਕਾਮ, ਕ੍ਰੋਧ, ਲੋਭ, ਹੰਕਾਰ, ਈਰਖਾ, ਦਵੇਸ਼ ਕੌਡੀਆਂ ਨੇ, ਅਸੀਂ ਕੌਡੀਆਂ ਦੀ ਵਰਤੋਂ ਕਰ ਰਹੇ ਹਾਂ। ਕੌਡੀਆਂ ਦੇ ਭਾਅ ਜ਼ਿੰਦਗੀ ਜਾ ਰਹੀ ਹੈ, ਗੁਣਾਂ ਦੇ ਭਾਅ ਨਹੀਂ ਜਾ ਰਹੀ। ਇਹ ਬੰਦੇ ਨੂੰ ਇਸ ਨੇ ਭਰਮ ਦੇ ਅੰਦਰ ਪਾਇਆ ਹੋਇਆ ਹੈ, ਜਿਨ ਠਗੋਲੀ ਪਾਈਆ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਹੁਣ ਸਾਨੂੰ ਕਰਨਾ ਕੀ ਚਾਹੀਦਾ ਹੈ? ਕੁਰਬਾਨ ਕੀਤਾ ਤਿਸੈ ਵਿਟੋਂ, ਹੇ ਮੇਰੇ ਮਨ, ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ ਉਸ ਪ੍ਰਭੂ ਤੋਂ ਸਦਕੇ ਕਰ, ਜਿਸ ਪ੍ਰਭੂ ਨੇ ਜੀਵਾਂ ਨੂੰ ਮਿੱਠਾ ਮੋਹ ਲਾਇਆ ਹੋਇਆ ਨਾ। ਮੋਹ ਦੇ ਉੱਤੇ ਕੁਰਬਾਨ ਨਾ ਹੋ, ਰੱਬ ਤੋਂ ਕੁਰਬਾਨ ਕਰ ਆਪਣੇ ਆਪ ਨੂੰ। ਹੁਣ ਜੇ ਅਸੀਂ ਇੱਥੇ ਕਹੀਏ ਕਿ ਰੱਬ ਨੇ ਸਾਨੂੰ ਮੋਹ ਲਾ ਦਿੱਤਾ ਹੈ, ਰੱਬ ਨੇ ਸਾਨੂੰ ਇਸ ਚੱਕਰ 'ਚ ਪਾ ਦਿੱਤਾ, ਅਸਲ 'ਚ ਰੱਬ ਨੇ ਨਹੀਂ ਪਾਇਆ, ਪੈ ਤੇ ਅਸੀਂ ਆਪ ਹੋਏ ਹਾਂ। ਪੈ ਅਸੀਂ ਆਪ ਹੋਏ ਹਾਂ। ਹੁਕਮ ਹੈ, ਜਿੱਥੇ ਗੱਲ ਆਉਂਦੀ ਨਾ ਕਿ ਜਿਨ ਮੋਹ ਮਿੱਠਾ ਲਾਇਆ, ਹੁਕਮ ਹੈ, ਸਿਸਟਮ ਹੈ। ਸਿਸਟਮ ਦੇ ਅੰਦਰ ਸਾਰਾ ਕੁਝ ਹੋਣਾ ਹੈ। ਜੇ ਮੈਂ ਸੈਲਫਿਸ਼ਨੈਸ ਅਨੁਸਾਰ ਜ਼ਿੰਦਗੀ ਜੀ ਰਿਹਾ ਤਾਂ ਇਹ ਸਿਸਟਮ ਹੈ ਨਾ,
कि ਜਿਹੜਾ ਬੰਦਾ ਸਵਾਰਥੀ ਜ਼ਿੰਦਗੀ ਜੀਵੇਗਾ ਉਹ ਦੂਜਿਆਂ ਦਾ ਨੁਕਸਾਨ ਕਰੇਗਾ। ਇਹ ਤਾਂ ਦੁਨੀਆ ਦਾ ਸਿਸਟਮ ਹੈ, ਕੁਦਰਤ ਦਾ ਕਾਨੂੰਨ ਹੈ। ਤੇ ਜਿਹੜਾ ਬੰਦਾ ਨਿਸਵਾਰਥ ਭਾਵਨਾ ਦੇ ਨਾਲ ਕੰਮ ਕਰੇਗਾ ਉਹ ਦੂਜਿਆਂ ਦਾ ਫਾਇਦਾ ਕਰੇਗਾ। ਇਹ ਤੇ ਸਿਸਟਮ ਹੈ। ਹੁਣ ਜਿਸ ਨੇ ਮੋਹ ਵਾਲੇ ਸਿਸਟਮ ਨੂੰ ਅਪਣਾ ਲਿਆ ਉਹ ਮੋਹ ਦੇ ਅੰਦਰ ਪੈ ਗਿਆ। ਜਿਸ ਨੇ ਪ੍ਰੇਮ ਵਾਲੇ ਸਿਸਟਮ ਨੂੰ ਅਪਣਾ ਲਿਆ ਉਹ ਪ੍ਰੇਮ ਵਾਲੇ ਜੀਵਨ ਦੇ ਵਿੱਚ ਪੈ ਗਿਆ। ਰਾਸਤਾ ਹੈ ਕੰਡਿਆਂ ਵਾਲਾ ਹੈ, ਇੱਕ ਫੁੱਲਾਂ ਵਾਲਾ ਹੈ। ਜੇ ਕੰਡਿਆਲੇ ਰਾਸਤੇ ਦੀ ਕੋਈ ਚੋਣ ਕਰੇਗਾ ਤੇ ਉਹਨੂੰ ਫੁੱਲ ਨਹੀਂ ਮਿਲ ਸਕਦੇ, ਕੰਡੇ ਚੁੱਭਣਗੇ, ਕਿਉਂਕਿ ਉਹਨੇ ਆਪ ਚੁਣਿਆ। ਜੇ ਬਗੀਚਿਆਂ ਵਾਲੇ ਰਾਸਤੇ ਜਾਏਗਾ ਉਹਨੂੰ ਫੁੱਲ ਮਿਲਣਗੇ, ਕਿਉਂਕਿ ਉਹਨੇ ਆਪ ਚੁਣਿਆ ਹੈ ਨਾ। ਤਾਂ ਹੁਣ ਅਸੀਂ ਚੁਣਦੇ ਕੀ ਆ? ਜਿਹਦੇ ਹੁਕਮ ਦੇ ਅੰਦਰ ਮੋਹ ਪੈਦਾ ਹੋ ਰਿਹਾ ਹੈ, ਅਸੀਂ ਉਸ ਮੋਹ ਦੀ ਚੋਣ ਕਰਨੇ ਆ ਕਿ ਹੁਕਮ ਰਜ਼ਾ ਦੇ ਮਾਲਕ ਦੀ ਚੋਣ ਕਰ। ਤਾਂ ਗੁਰੂ ਜੀ ਕਹਿੰਦੇ ਨੇ ਆਪਣਾ ਆਪਾ ਰੱਬ ਤੋਂ ਕੁਰਬਾਨ ਕਰ। ਰੱਬ ਤੋਂ ਕੁਰਬਾਨ ਕਰਨ ਦਾ ਮਤਲਬ ਰੱਬ ਅੱਗੇ ਸਰੈਂਡਰ ਹੋ, ਉਹਦੇ ਹੁਕਮ ਵਿੱਚ ਤੁਰ ਔਰ ਉਹਦੇ ਗੁਣਾਂ ਨੂੰ ਗਾ, ਉਹਦੇ ਗੁਣਾਂ ਅੱਗੇ ਸਰੈਂਡਰ ਹੋ, ਉਹਦੇ ਤੋਂ ਕੁਰਬਾਨ ਜਾ, ਸੱਚ ਤੋਂ ਕੁਰਬਾਨ ਜਾ, ਪ੍ਰੇਮ ਤੋਂ ਕੁਰਬਾਨ ਜਾ। ਕਿਉਂ ਝੂਠ ਤੋਂ ਕੁਰਬਾਨ ਜਾ ਰਹੇ ਹੈ? ਕਿਉਂ ਐਵੇਂ ਮੱਥੇ ਦੇ ਉੱਤੇ ਚੂੜੀਆਂ ਪਾ ਕੇ ਬੈਠਾ ਹੋਇਆ ਸਾਰਾ ਦਿਨ? ਸਾਡਾ ਮੱਥਾ ਖਿੱਚਿਆ ਹੋਇਆ ਹੈ, ਕਾਰ ਡਰਾਈਵ ਕਰ ਰਹੇ ਤਾਂ ਵੀ, ਗੱਲਾਂ ਕਰ ਰਹੇ ਹਾਂ ਤਾਂ, ਟੀਵੀ ਦੇਖ ਰਹੇ ਹਾਂ ਤਾਂ। ਕਿਉਂ ਇਹਨਾਂ ਚੂੜੀਆਂ ਤੋਂ ਕੁਰਬਾਨ ਕਿਉਂ ਜਾ ਰਹੇ ਹੋ? ਥੋੜਾ ਰਿਲੈਕਸ ਕਰੋ, ਮੱਥੇ ਨੂੰ, ਅੱਖਾਂ ਨੂੰ ਰਿਲੈਕਸ ਕਰੋ, ਥੋੜਾ ਮੁਸਕਰਾਓ, ਮੁਸਕਰਾਹਟ ਤੋਂ ਕੁਰਬਾਨ ਜਾਓ। ਕਿਉਂ ਉੱਚੀ ਉੱਚੀ ਚੀਕ ਰਹੇ ਹੋ ਬੱਚਿਆਂ ਨਾਲ? ਪ੍ਰੇਮ ਤੋਂ ਕੁਰਬਾਨ ਜਾਓ, ਦਰਮਿਆਨੀ ਟੋਨ ਤੋਂ ਕੁਰਬਾਨ ਜਾਓ, ਪ੍ਰੇਮ ਤੋਂ ਕੁਰਬਾਨ ਜਾਓ, ਦਇਆ ਤੋਂ ਕੁਰਬਾਨ ਜਾਓ। ਨਾਲੇ ਤੇ ਸੌਖੇ ਰਹੋਗੇ, ਨਾਲੇ ਨਾ ਗੁਣਾ ਤੋਂ ਕੁਰਬਾਨ ਜਾਣਾ ਸੌਖਾ ਹੈ। ਝੂਠ ਬੋਲਣਾ ਕਿੰਨਾ ਔਖਾ ਹੈ, ਇੱਕ ਝੂਠ ਪਿੱਛੇ 100 ਝੂਠ ਬੋਲਣੇ। ਇੱਕ ਕਿਸੇ ਦੇ ਨਾਲ ਇੱਕ ਵਾਰੀ ਜੇ ਲੜ ਪਏ ਸਾਰੀ ਜ਼ਿੰਦਗੀ, ਇੱਕ ਤਾਂ ਉਹ ਲੜਾਈ ਅੰਦਰ ਵਸਦੀ ਰਹੇਗੀ ਤੇ ਦੂਜੇ ਵੈਰ ਅੱਗੇ ਤੋਂ ਅੱਗੇ ਵੱਧਦੇ ਜਾਣਗੇ। ਕਿਉਂ ਇਹਨਾਂ ਝਗੜਿਆਂ ਤੋਂ ਕੁਰਬਾਨ ਕਰ ਰਹੇ ਹੋ ਆਪਣੀ ਜ਼ਿੰਦਗੀ ਨੂੰ? ਕਿਉਂ ਇਹਨਾਂ ਵਿਕਾਰਾਂ ਤੋਂ ਕੁਰਬਾਨ ਕਰੀ ਜਾ ਰਹੇ ਹੋ? ਕਿਉਂ ਸ਼ਰਾਬਾਂ ਤੋਂ ਕੁਰਬਾਨ ਕਰੀ ਜਾ ਰਹੇ ਹੋ? ਕਿਉਂ ਨਸ਼ਿਆਂ ਤੋਂ ਕੁਰਬਾਨ ਕਰੀ ਜਾ ਰਹੇ ਹੋ ਜ਼ਿੰਦਗੀ ਨੂੰ? ਗੁਨਾਹ ਤੋਂ ਕੁਰਬਾਨ ਕਰੋ। ਤੁਸੀਂ ਫੇਸਬੁੱਕ ਤੇ ਖਬਰ ਪੜ੍ਹੀ ਹੋਣੀ ਨਾ, ਇੱਕ ਨੌਜਵਾਨ ਬੱਚਾ ਨੇ, ਪਤੀ ਪਤਨੀ, ਤੇ ਦੋਵੇਂ ਹੀ ਚਿੱਟਾ ਪੀਣ ਦੇ ਆਦੀ ਹੋ ਗਏ ਸਨ। ਦੋਵੇਂ ਹੀ ਉਹਨਾਂ ਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ ਤੇ ਅਖੀਰ ਦੋਵਾਂ ਨੇ ਸੁਸਾਈਡ ਕਰ ਲਿਆ। ਤੇ ਇੱਕ ਨਿੱਕਾ ਜਿਹਾ ਉਹਨਾਂ ਦਾ ਬੱਚਾ ਹੈ ਜਿਹੜਾ ਜਿੰਦਾ ਬਚ ਗਿਆ। ਦੇਖੋ ਉਸ ਬੱਚੇ ਦਾ ਕੀ ਹਾਲ ਹੋਏਗਾ। ਆਪਣੀ ਜ਼ਿੰਦਗੀ ਤਬਾਹ ਕਰ ਲਈ ਨਾ। ਕਿੰਨਾ ਗਲਤ ਹੈ। ਉਸ ਬੱਚੇ ਦਾ ਕੀ ਦੋਸ਼ ਹੈ? ਉਸ ਬੱਚੇ ਦਾ ਵਿਚਾਰੇ ਦਾ ਕੀ ਦੋਸ਼ ਹੈ? ਤਾਂ ਕਿਉਂ ਕੁਰਬਾਨ ਜਾ ਰਹੇ ਹੋ? ਨਸ਼ਿਆਂ ਤੋਂ ਕਿਉਂ ਕੁਰਬਾਨ ਕਰ ਰਹੇ ਹੋ ਆਪਣੀ ਜ਼ਿੰਦਗੀ? ਵਿਕਾਰਾਂ ਤੋਂ ਕਿਉਂ ਕੁਰਬਾਨ ਕਰ ਰਹੇ ਹੋ? ਕਿਉਂ ਪਤੀ ਪਤਨੀ ਤੇ ਨੂੰਹ ਸੱਸ ਤੇ ਸੱਸ ਸਹੁਰਾ ਤੇ ਕਿਉਂ ਲੜ ਲੜ ਕੇ ਮਰ ਚੱਲੇ ਹੋ? ਆਪਣੀ ਜ਼ਿੰਦਗੀ ਕਿਉਂ ਕੁਰਬਾਨ ਕਰ ਰਹੇ ਹੋ? ਨਾ ਤੋਂ ਕੁਰਬਾਨ ਕੀਤਾ ਕਿਸੇ ਵਿੱਚੋਂ ਰੱਬ ਤੋਂ ਕੁਰਬਾਨ ਕਰੋ, ਗੁਰੂ ਤੋਂ ਕੁਰਬਾਨ ਹੋਵੋ, ਗੁਣਾਂ ਤੋਂ ਕੁਰਬਾਨ ਹੋਵੋ। ਕਿਉਂ ਬਾਬਿਆਂ ਦੇ ਡੇਰਿਆਂ ਤੇ ਕੁਰਬਾਨ ਕਰਦੇ ਫਿਰਦੇ ਹੋ ਆਪਣੀ ਜ਼ਿੰਦਗੀ? ਐਵੇਂ ਹੀ ਮੱਥੇ ਟੇਕ ਟੇਕ ਕੇ ਤੇ ਘਰ ਬਹਿ ਕੇ ਬਾਣੀ ਪੜੋ, ਜੌਬ ਕਰਨ ਜਾਂਦੇ ਹੋ, ਗੁਰਬਾਣੀ ਮੁਤਾਬਕ ਆਪਣੀ ਜ਼ਿੰਦਗੀ ਜੀਓ, ਗੁਰੂ ਤੋਂ ਕੁਰਬਾਨ ਜਾਓ। ਹਾਂ, ਗੁਰੂ ਜੀ ਦਾ ਪਾਵਨ ਬਚਨ ਨਾ, ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਗੁਰੂ ਤੋਂ ਕੁਰਬਾਨ ਜਾਓ ਤੇ ਕੀ ਹੋਏਗਾ? ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰੂ ਬੰਦਿਆਂ ਤੋਂ ਦੇਵਤੇ ਬਣਾ ਦੇਗਾ, ਦੇਵੀ ਗੁਣਾਂ ਵਾਲੇ ਮਨੁੱਖ ਬਣਾ ਦੇਗਾ ਤੇ ਗੁਰੂ ਨੂੰ ਦੇਰ ਵੀ ਨਹੀਂ ਲੱਗਣੀ। ਜਿਹੜਾ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਚ ਆਇਆ ਉਹ ਤੇ ਸੱਜਣ ਠੱਗ ਤੋਂ 1 ਮਿੰਟ ਵਿੱਚ ਸੱਜਣ ਬਣ ਗਿਆ। ਉਹ ਤੇ ਲੋਕਾਂ ਨੂੰ ਕੜਾਇਆਂ ਦੇ ਵਿੱਚ ਤਲਣ ਵਾਲਾ ਬੰਦਾ, ਕੌਡਾ ਭੀਲ, ਲੋਕਾਂ ਨੂੰ ਜ਼ਿੰਦਗੀ ਦੇਣ ਵਾਲਾ ਬਣ ਗਿਆ। ਗੁਰੂ ਤਾਂ ਇੱਕ ਪਲ ਦੇ ਅੰਦਰ ਜੀਵਨ ਬਦਲ ਦੇਵੇਗਾ। ਜ਼ਰੂਰਤ ਤਾਂ ਕੁਰਬਾਨ ਕਰਨ ਦੀ ਹੈ ਨਾ। ਇਸ ਲਈ ਗੁਰੂ ਤੋਂ ਕੁਰਬਾਨ ਕਰੋ, ਆਪਣੇ ਆਪ ਨੂੰ ਸੱਚ ਤੋਂ ਕੁਰਬਾਨ ਕਰੋ, ਪ੍ਰੇਮ ਤੋਂ ਕੁਰਬਾਨ ਕਰੋ, ਖੁਸ਼ੀਆਂ ਤੋਂ ਕੁਰਬਾਨ ਕਰੋ। ਕਿਉਂ ਦੁੱਖਾਂ ਚਿੰਤਾਵਾਂ ਤੋਂ ਕੁਰਬਾਨ ਕਰਦੇ ਜਾ ਰਹੇ ਹੋ? ਅਗਲਾ ਵਚਨ ਕਰਦੇ ਨੇ, ਕਹੇ ਨਾਨਕ ਮਨ ਚੰਚਲ, ਚਤੁਰਾਈ ਕਿੰਨੇ ਨਾ ਪਾਇਆ। ਇਹ ਮੇਰੇ ਚੰਚਲ ਮਨ, ਭਟਕਦੇ ਹੋਏ ਮਨ, ਕਦੇ ਕਿਸੇ ਨੇ ਚਤੁਰਾਈਆਂ ਦੇ ਨਾਲ ਰੱਬ ਨੂੰ ਨਹੀਂ ਪਾਇਆ। ਇਸ ਲਈ ਭਟਕ ਨਾ, ਸੱਚ ਨੂੰ ਨਾ ਛੱਡ, ਸੱਚ ਤੋਂ ਦੂਰ ਨਾ ਜਾ, ਗੁਰੂ ਦੇ ਸਿਧਾਂਤਾਂ ਤੋਂ ਦੂਰ ਨਾ ਜਾ, ਰੱਬੀ ਗੁਣਾਂ ਤੋਂ ਦੂਰ ਨਾ ਜਾ, ਔਰ ਚਤੁਰਾਈਆਂ ਦੇ ਨਾਲ ਕਦੇ ਵੀ ਕਿਸੇ ਨੇ ਨਹੀਂ ਪਾਇਆ। ਇਸ ਲਈ ਸੱਚ ਦੇ ਨਾਲ ਜੁੜ, ਅੰਦਰੋਂ ਬਾਹਰੋਂ ਇੱਕ ਹੋ, ਕਥਨੀ ਕਰਨੀ ਦਾ ਪੂਰਾ ਹੋ, ਪ੍ਰਭੂ ਦੀਆਂ ਕਹਾਣੀਆਂ ਪਾ, ਕਿਵੇਂ ਪ੍ਰਭੂ ਨੂੰ ਮਿਲਿਆ ਜਾ ਸਕਦਾ ਹੈ, ਉਹਦੀ ਸਿਫਤ ਸਲਾਹ ਕਰ
ਤਨ ਮਨ ਧਨ ਗੁਰੂ ਨੂੰ ਸੌਂਪ, ਭਾਵ ਤਨ ਮਨ ਧਨ ਕਰਕੇ ਗੁਰੂ ਦੇ ਗੁਣਾਂ ਦੀ ਵਰਤੋਂ ਕਰ, ਸੌਖੀ ਤੇਰੀ ਜ਼ਿੰਦਗੀ ਹੋ ਜਾਏਗੀ, ਤੇਰੇ ਜੀਵਨ ਵਿੱਚ ਆਨੰਦ ਪੈਦਾ ਹੋ ਜਾਏਗਾ, ਤੇਰੇ ਜੀਵਨ ਵਿੱਚ ਖੁਸ਼ੀਆਂ ਖੇੜੇ ਪੈਦਾ ਹੋ ਜਾਣਗੇ ਔਰ ਤੇਰਾ ਆਪਣਾ ਜੀਵਨ, ਤੇਰਾ ਪਰਿਵਾਰ, ਤੇਰਾ ਸਮਾਜ, ਤੇਰਾ ਸੰਸਾਰ ਸਵਰਗ ਬਣ ਜਾਏਗਾ। ਇਸ ਲਈ ਆਓ ਸਾਰੇ ਮਿਲ ਕੇ ਹਮਲਾ ਮਾਰੀਏ, ਆਪਣੇ ਜੀਵਨ ਵਿੱਚ ਇਹੋ ਜਿਹੀ ਚੇਂਜਿੰਗ ਲਿਆਵੀਏ ਔਰ ਇਸ ਸੰਸਾਰ ਨੂੰ ਇੱਕ ਨਵਾਂ ਰੂਪ ਦੇਣ ਦਾ ਯਤਨ ਕਰੀਏ। ਮੈਂ ਇੱਥੇ ਹੀ ਖਿਮਾ ਦਾ ਜਾਚਕ ਹਾਂ। ਹੁਣ ਅੱਜ ਜੋ ਅਸੀਂ ਵਿਚਾਰ ਕੀਤੀ ਹੈ, ਇਸ